ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਜੀ, ਆਦਬ ਸਤਿਕਾਰ ਸਹਿਤ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚੋਂ ਵਰਸਾਏ ਹੋਏ ਪੂਰਨ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਪਵਿੱਤਰ ਜੀਵਨ ਆਪ ਜੀ ਸਰਵਣ ਕਰਦੇ ਆ ਰਹੇ ਹੋ। ਪਿਛਲਿਆਂ ਭਾਗਾਂ ਦੇ ਵਿੱਚ ਆਪ ਜੀ ਨੇ ਹੁਣ ਤੱਕ ਮਹਾਂਪੁਰਸ਼ਾਂ ਦੇ ਜਨਮ ਬਾਰੇ, ਉਹਨਾਂ ਦੇ ਪਰਿਵਾਰ ਬਾਰੇ, ਰੇਰੂ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਜੋ ਸਮਾਂ ਉਹਨਾਂ ਨੇ ਬਤੀਤ ਕੀਤਾ ਉਸ ਬਾਰੇ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸਰੀਰਕ ਤੌਰ 'ਤੇ ਵਿਛੋੜਾ ਪੈਣ ਤੋਂ ਬਾਅਦ ਵਿਯੋਗ ਦੇ ਵਿੱਚ ਜੋ ਮਹਾਂਪੁਰਸ਼ਾਂ ਦੀ ਹਾਲਤ ਹੋਈ ਉਸ ਬਾਰੇ, ਅਤੇ ਪਰਲਬਧ ਦੇ ਅਨੁਸਾਰ ਸੰਸਾਰੀ ਜੀਵਾਂ ਦੇ ਭਲੇ ਹਿੱਤ ਜੋ ਰਾੜਾ ਸਾਹਿਬ ਤੀਰਥ ਪ੍ਰਗਟ ਹੋਣਾ ਸੀ, ਉਸ ਦੇ ਸੰਬੰਧ ਵਿੱਚ ਆਪ ਜੀ ਨੇ ਕੁਝ ਕੁ ਵਿਚਾਰਾਂ ਸਰਵਣ ਕੀਤੀਆਂ ਹਨ। ਜਿਵੇਂ ਜਿਵੇਂ ਪ੍ਰੇਮੀ ਜਨਾਂ ਦਾ ਪਰਮੇਸ਼ਰ ਨੇ ਮਨ ਪ੍ਰੇਰਿਆ, ਤਿਵੇਂ ਤਿਵੇਂ ਰਾੜਾ ਸਾਹਿਬ ਦੀ ਧਰਤੀ 'ਤੇ ਰੌਣਕਾਂ ਵੱਧਦੀਆਂ ਗਈਆਂ। ਮਹਾਂਪੁਰਸ਼ਾਂ ਦਾ ਤੇਜ ਪ੍ਰਤਾਪ ਦਿਨੋਂ ਦਿਨ ਵੱਧਦਾ ਗਿਆ। ਇੱਕ ਪ੍ਰੇਮੀ ਜਿਸ ਦਾ ਨਾਮ ਰਤਨ ਸਿੰਘ ਸੀ, ਇਹ ਬਠਿੰਡੇ ਜ਼ਿਲ੍ਹੇ ਦੇ ਕੰਧ ਪਿੰਡ ਦਾ ਰਹਿਣ ਵਾਲਾ ਸੀ। ਕਲਕੱਤੇ ਫੌਜ ਦੇ ਵਿੱਚ ਨੌਕਰੀ ਕਰਦਾ ਸੀ, ਡਰਾਈਵਰੀ ਵੀ ਜਾਣਦਾ ਸੀ। ਦੇਵਨੇਤ ਨਾਲ 40 ਸਾਲ ਦੀ ਉਮਰ ਦੇ ਵਿੱਚ ਇਸ ਨੂੰ TB ਦਾ ਰੋਗ ਹੋ ਗਿਆ। ਸਾਰੇ ਹਸਪਤਾਲਾਂ ਦੇ ਵਿੱਚ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਆਖਿਆ ਹੁਣ ਤੂੰ ਬਚ ਨਹੀਂ ਸਕਦਾ। ਹੁਣ ਇਹ ਕਲਕੱਤੇ ਤੋਂ ਪਟਨਾ ਸਾਹਿਬ ਆ ਗਿਆ, ਕੁਛ ਦਿਨ ਇੱਥੇ ਰਿਹਾ। ਫਿਰ ਇਸ ਧਰਤੀ 'ਤੇ ਇਸ ਨੂੰ ਕੁਝ ਰਾੜਾ ਸਾਹਿਬ ਦੇ ਇਲਾਕੇ ਦੇ ਲੁਧਿਆਣੇ ਜ਼ਿਲ੍ਹੇ ਦੇ ਡਰਾਈਵਰ ਭਰਾ ਮਿਲੇ, ਜਿਨ੍ਹਾਂ ਦੇ ਕੋਲੋਂ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਇਹਨੇ ਸਿਫਤ ਸੁਣੀ। ਅਤੇ ਪਟਨੇ ਸਾਹਿਬ ਤੋਂ ਇਹ ਫਿਰ ਸਿੱਧਾ ਮਹਾਰਾਜੀਆਂ ਦੇ ਕੋਲ ਰਾੜਾ ਸਾਹਿਬ ਆ ਗਿਆ। ਆ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੈਂ ਹੁਣ ਮਰ ਤਾਂ ਜਾਣਾ ਹੀ ਹੈ, TB ਮੇਰੀ ਬਹੁਤ ਵੱਧ ਚੁੱਕੀ ਹੈ। ਕੇਵਲ ਮੈਂ ਤਾਂ ਇੱਥੇ ਆਪ ਜੀ ਕੋਲ ਤਾਂ ਆ ਗਿਆ ਹਾਂ ਕਿ ਆਪ ਜੀ ਵਰਗੇ ਪੂਰਨ ਮਹਾਂਪੁਰਖਾਂ ਦੇ ਕੋਲ ਮੈਂ ਸਰੀਰ ਛੱਡਾਂਗਾ, ਮੇਰਾ ਕੁਝ ਭਲਾ ਹੋ ਜਾਏਗਾ। ਤਾਂ ਇਸ ਦਾ ਇਹ ਬਚਨ ਸੁਣ ਕੇ ਸੰਤ ਜੀ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਅਤੇ ਆਪ ਆਪਣੀ ਰਸਨਾ ਤੋਂ ਉਸ ਨੂੰ ਮੂਲ ਮੰਤਰ ਦਾ ਪਾਠ ਕਰਨਾ ਸਿਖਾਇਆ ਅਤੇ ਨਾਲ ਬਚਨ ਕੀਤਾ ਕਿ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰ। ਹੌਲੀ ਹੌਲੀ ਇਹ ਤੰਦਰੁਸਤ ਹੋਣ ਲੱਗ ਪਿਆ। ਫਿਰ ਸੜਕਾਂ 'ਤੇ ਝਾੜੂ ਵੀ ਦਿਆ ਕਰੇ। ਤਕਰੀਬਨ 1 ਸਾਲ ਦਾ ਸਮਾਂ ਲੱਗਿਆ ਕਿ ਇਹ ਬਿਲਕੁਲ ਅਰੋਗ ਹੋ ਗਿਆ। ਸੇਵਾ ਅਤੇ ਸਿਮਰਨ ਦਾ ਸਦਕਾ ਇਸ ਨੂੰ ਗੁਰੂ ਨਾਨਕ ਦੇ ਘਰੋਂ ਤੰਦਰੁਸਤੀ ਪ੍ਰਾਪਤ ਹੋ ਗਈ। ਦਿਨ ਬ ਦਿਨ ਸੰਗਤਾਂ ਦਾ ਇਕੱਠ ਹੋਣ ਲੱਗਾ।
ਲੰਗਰ ਦੇ ਰਾਸ਼ਨ ਵਾਸਤੇ ਅਤੇ ਮੀਂਹ ਕਿਣੀ ਦੇ ਵਿੱਚ ਸੰਗਤਾਂ ਦੇ ਆਰਾਮ ਲਈ ਕੋਈ ਛੱਤੀ ਹੋਈ ਜਗ੍ਹਾ ਨਹੀਂ ਸੀ। ਛੋਟੇ ਸੰਤ ਜੀ ਨੂੰ ਮੁਖੀ ਸੇਵਾਦਾਰਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਹੁਣ ਕੁਝ ਛੱਪਰੀਆਂ ਜਾਂ ਕਮਰੇ ਬਣਨੇ ਚਾਹੀਦੇ ਹਨ ਤਾਂ ਕਿ ਲੰਗਰ ਦਾ ਰਾਸ਼ਨ ਅਤੇ ਮੀਂਹ ਕਿਣੀ ਦਾ ਜਦੋਂ ਸਮਾਂ ਹੁੰਦਾ ਹੈ ਸੰਗਤਾਂ ਦੀ ਸਹੂਲਤ ਵਾਸਤੇ ਕੋਈ ਇੰਤਜ਼ਾਮ ਹੋ ਸਕੇ। ਤਾਂ ਸੰਤ ਜੀ ਮਹਾਰਾਜ ਸੰਤ ਕਿਸ਼ਨ ਸਿੰਘ ਜੀ ਨੇ ਵੱਡੇ ਮਹਾਂਪੁਰਖਾਂ ਨਾਲ ਸਲਾਹ ਕੀਤੀ ਕਿ ਸੰਗਤ ਦਾ ਖਿਆਲ ਕੁਝ ਕਮਰੇ ਜਾਂ ਛੱਪਰੀਆਂ ਤਿਆਰ ਕਰਨ ਦਾ ਹੈ। ਪਰ ਇਹ ਦੋਵੇਂ ਮਹਾਂਪੁਰਸ਼ ਪ੍ਰਵਿਰਤੀ ਦੇ ਝਾਂਜਟ ਤੋਂ ਬਹੁਤ ਸੰਕੋਚ ਕਰਨਾ ਚਾਹੁੰਦੇ ਸਨ ਅਤੇ ਨਿਰਵਿਰਤੀ ਦੇ ਪੱਖ ਵਿੱਚ ਰਹਿ ਕੇ ਰਾਜੀ ਸਨ। ਪਰ ਜੋ ਪਿਛਲੀ ਪ੍ਰਾਰਬਧ ਹੈ ਉਹ ਵੀ ਕਿਵੇਂ ਨਾ ਫਲ ਦੇਵੇ। ਫੁਰਨੇ ਤੋਂ ਬਗੈਰ ਹੀ ਪ੍ਰਾਰਬਧ ਨੇ ਪਦਾਰਥ ਅੱਗੇ ਲਿਆ ਕੇ ਰੱਖਣੇ। ਔਰ ਇਹ ਸ਼ਾਸਤਰਾਂ ਦੇ ਵਿੱਚ 3 ਤਰ੍ਹਾਂ ਦੀ ਪ੍ਰਾਰਬਧ ਜਿਹੜੀ ਮੰਨੀ ਗਈ ਹੈ। ਇੱਛਾ, ਨਿਛ, ਪਰਛਿਆ, ਤ੍ਰਿਬਧ ਕਰਮ ਕੇ ਭੋਗ, ਜਨਮ ਆਦ ਮਰਤਾਂਤ ਲਓ, ਕਹਿਨ ਸਿਆਣੇ ਲੋਗ। ਭਾਵ ਕਿ ਇੱਛਾ, ਨਾ ਇੱਛਾ ਤੇ ਪਰਾਈ ਇੱਛਾ, ਇਹ ਤਿੰਨੇ ਪ੍ਰਕਾਰ ਕਰਮਾਂ ਦੇ ਭੋਗ ਹਨ। ਆਪਣੇ ਮਨ ਦਾ ਸੰਕਲਪ ਹੋਣਾ, ਪਰ ਮਿਲਣਾ ਪਦਾਰਥ ਨੇ ਫੇਰ ਵੀ ਪ੍ਰਾਰਬਧ ਅਨੁਸਾਰ ਹੀ ਹੈ। ਦੂਸਰਾ, ਆਪਣੀ ਇੱਛਾ ਤਾਂ ਹੋਣੀ, ਪਰ ਦੂਜੇ ਮਨੁੱਖ ਦੀ ਭਾਵਨਾ ਦੇਖ ਕੇ ਵਸਤੂ ਅੰਗੀਕਾਰ ਕਰ ਲੈਣੀ। ਆਪਣੀ ਇੱਛਾ ਨਾ ਵੀ ਹੋਵੇ ਪਰ ਸੇਵਕ ਦੀ ਭਾਵਨਾ ਦੇਖ ਕੇ ਵਸਤੂ ਅੰਗੀਕਾਰ ਕਰ ਲੈਣੀ। ਜਿਵੇਂ ਜੰਗਲ ਦੀ ਕੁਟੀਆ ਵਿੱਚ ਰਹਿਣ ਵਾਲੇ ਕਿਸੇ ਬ੍ਰਹਤ ਸਾਧੂ ਨੂੰ ਘਰ ਵਾਲੇ ਪ੍ਰੇਮੀ ਨੇ ਪਿਛਿਆ ਜਾਣ ਤੋਂ ਪਹਿਲਾਂ ਹੀ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ ਅਤੇ ਲਿਆ ਕੇ ਛਕਾ ਦਿੱਤਾ। ਹੁਣ ਮਹਾਂਪੁਰਸ਼ਾਂ ਦੀ ਭਾਵੇਂ ਇੱਛਾ ਨਹੀਂ ਸੀ ਪਰ ਉਸ ਪ੍ਰੇਮੀ ਦਾ ਪ੍ਰੇਮ ਦੇਖ ਕੇ ਉਹ ਛਕ ਲੈਂਦੇ ਹਨ। ਤੋ ਇਸ ਪ੍ਰਕਾਰ ਤੀਸਰੇ ਨੰਬਰ ਤੇ ਨਾ ਆਪਣੀ ਇੱਛਾ ਹੋਣੀ, ਨਾ ਕਿਸੇ ਹੋਰ ਨੇ ਆ ਕੇ ਬੇਨਤੀ ਕਰਨੀ। ਜੋ ਸੁਤੇ ਹੀ ਪਦਾਰਥ ਪ੍ਰਾਪਤ ਹੋਣਾ ਉਹ ਅਨਿਛ ਭਾਵ ਇੱਛਿਆ ਪ੍ਰਾਰਬਧ, ਅਨਿੱਛਿਆ ਪ੍ਰਾਰਬਧ ਕਹਾਉਂਦੀ ਹੈ। ਜਿਵੇਂ ਕਿਸੇ ਬਿਰਛ ਹੇਠਾਂ ਲੰਮੇ ਪਏ ਮਨੁੱਖ ਦੀ ਛਾਤੀ ਉੱਤੇ ਟੁੱਟ ਕੇ ਫਲ ਆ ਕੇ ਡਿੱਗ ਪਵੇ, ਉਸ ਨੂੰ ਅਚਾਨਕ ਹੀ ਚੱਕ ਕੇ ਆਪਣੇ ਮੁੱਖ ਵਿੱਚ ਪਾਵੇ, ਇਹ ਅਨਿੱਛ ਜਿਹੜੀ ਪ੍ਰਾਰਬਧ ਹੈ। ਇੱਥੇ ਹੁਣ ਆਪਣੀ ਤਾਂ ਕੋਈ ਇੱਛਾ ਨਹੀਂ, ਦੂਜਿਆਂ ਦੀ ਇੱਛਾ ਹੈ ਜਾਂ ਈਸ਼ਵਰੀ ਫੁਰਨਾ ਹੈ ਜੋ ਸਦਾ ਹੀ ਪ੍ਰਭੂ ਦਾ ਸਤ ਸੰਕਲਪ ਹੈ। ਸੋ ਨਾਮ ਜਪਾ ਕੇ ਸੇਵਾ ਸਿਮਰਨ ਵਿੱਚ ਜੋੜ ਕੇ ਭੁੱਲੇ ਭਟਕੇ ਜੀਵਾਂ ਨੂੰ ਮਹਾਂਪੁਰਖ ਤਾਰਦੇ ਹਨ। ਸਤ ਧਰਮ ਦਾ ਉਪਦੇਸ਼ ਦੇ ਕੇ ਦੁਨੀਆ ਦਾ ਭਲਾ ਕਰਦੇ ਹਨ। ਇਸ ਲਈ ਇਹਨਾਂ ਵਾਸਤੇ ਕੋਈ ਛੰਨ ਛਪਰੀ ਹੋਣੀ ਵੀ ਜ਼ਰੂਰੀ ਹੈ। ਇਹ ਅਫੁਰ ਹਿਰਦੇ ਵਿੱਚ ਫੁਰਨਾ ਪੈਦਾ ਕਰ ਦਿੰਦਾ ਹੈ। ਜਿਤਨੇ ਪ੍ਰੇਮੀ ਹਜ਼ੂਰੀ ਵਿੱਚ ਰਹਿੰਦੇ ਸਨ ਜਾਂ ਬਾਹਰੋਂ ਸੰਗਤ ਆਉਂਦੀ ਸੀ, ਉਹਨਾਂ ਦੀ ਪ੍ਰਾਰਬਧ ਨੇ ਇਹ ਫੁਰਨਾ ਪ੍ਰੇਮੀਆਂ ਦੇ ਅੰਦਰ ਪੈਦਾ ਕੀਤਾ। ਹਰ ਇੱਕ ਗਿਆਨਵਾਨ ਦੀ ਅੰਦਰਲੀ ਅਵਸਥਾ ਭਾਵੇਂ ਇੱਕ ਹੋਵੇ ਪਰ ਪ੍ਰਾਰਬਧ ਅਨੁਸਾਰ ਬਾਹਰਲੀ ਕਿਰਿਆ ਦਾ ਜ਼ਰੂਰ ਫਰਕ ਹੁੰਦਾ ਹੈ। ਹਰੇਕ ਦੀ ਇੱਕੋ ਜਿਹੀ ਨਹੀਂ ਹੁੰਦੀ, ਪਰ ਕੁੱਲੀ, ਜੁੱਲੀ ਤੇ ਗੁੱਲੀ ਭਾਵ ਰੋਟੀ, ਕੱਪੜਾ ਤੇ ਸਥਾਨ, ਇਹ 3 ਚੀਜ਼ਾਂ ਦੀ ਹਰ ਇੱਕ ਨੂੰ ਜ਼ਰੂਰਤ ਹੈ। ਚਾਹੇ ਉਹ ਗ੍ਰਸਤੀ ਮਾਰਗ ਵਿੱਚ ਹੈ, ਚਾਹੇ ਕੋਈ ਅਤੀਤ ਹੈ, ਭਾਵੇਂ ਫੁਰਨਾ ਕਰੇ ਜਾਂ ਨਾ ਕਰੇ। ਈਸ਼ਵਰੀ ਨੇਤ ਹੈ, ਇਹ ਤਾਂ ਇਸ ਨੂੰ 3 ਚੀਜ਼ਾਂ ਅਵਸ਼ ਹੀ ਮਿਲ ਜਾਣੀਆਂ ਹੁੰਦੀਆਂ ਹਨ। ਜੋ ਜ਼ਰੂਰਤ ਤੋਂ ਜ਼ਿਆਦਾ ਮੰਗਣਾ ਹੈ, ਇਹ ਇਸ ਦੀ ਕਮਜ਼ੋਰੀ, ਮਨ ਦਾ ਭਟਕਣਾ ਤੇ ਲਾਲਚ ਦੇ ਵਸ ਹੋ ਕੇ ਦੁਖੀ ਹੋਣਾ ਹੁੰਦਾ ਹੈ। ਕਿਸੇ ਨਾ ਕਿਸੇ ਪ੍ਰੇਮੀ ਦਾ ਮਨ ਪ੍ਰੇਰ ਕੇ ਵਾਹਿਗੁਰੂ ਜ਼ਰੂਰ ਹੀ ਆਪਣੇ ਉਹਨਾਂ ਪਿਆਰਿਆਂ ਦੇ ਅਫੁਰ ਮਨ ਨੂੰ ਇਹਨਾਂ ਚੀਜ਼ਾਂ ਦੀ ਪੂਰਤੀ ਬਖਸ਼ ਦਿੰਦਾ ਹੈ।
ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਜੀਆਂ। ਸੰਤ ਜੀ ਮਹਾਰਾਜ ਦੇ ਮਨ ਦਾ ਇਹੋ ਹੀ ਖਿਆਲ ਸੀ ਕਿ ਪ੍ਰਵਿਰਤੀ ਦੇ ਝਾਂਜੜ ਤੋਂ ਸੁਤੰਤਰ ਰਹਿ ਕੇ ਇਹੋ ਜਿਹੀ ਨਿਵੇਕਲੀ ਤੇ ਇਕਾਂਤ ਜਗ੍ਹਾ ਵਿੱਚ ਬੰਦਗੀ ਹੀ ਕਰਨੀ ਹੈ। ਪਰ ਛੋਟੇ ਸੰਤ ਜੀ ਨੇ ਜਦੋਂ ਸੰਗਤ ਦੀ ਬੇਨਤੀ ਦੱਸੀ ਤਾਂ ਭੂਤ ਭਵਿੱਖਤ ਅਤੇ ਵਰਤਮਾਨ ਦੇ ਅੰਤਰਜਾਮੀ ਦਾਤੇ ਨੇ ਕਈ ਕਾਰਨਾਂ ਨੂੰ ਲੈ ਕੇ ਲੋੜ ਅਨੁਸਾਰ ਮਾਮੂਲੀ ਜਿਹੀਆਂ ਛੱਪਰੀਆਂ ਬੰਨ੍ਹ ਲੈਣ ਦੀ ਮਨਜ਼ੂਰੀ ਦੇ ਦਿੱਤੀ ਤੇ ਨਾਲ ਹੀ ਆਖਿਆ, ਗੁਰ ਭਾਈ ਜੀ, ਇਹ ਤੁਸਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ ਹੈ, ਹੁਣ ਇਸ ਕੰਮ ਨੂੰ ਸੰਭਾਲੋ ਵੀ ਤੁਸੀਂ ਆਪ ਹੀ। ਅਸੀਂ ਤਾਂ ਕੇਵਲ ਪਰਮੇਸ਼ਰ ਦਾ ਸਿਮਰਨ ਹੀ ਕਰਨਾ ਤੇ ਕਰਾਉਣਾ ਅਤੇ ਮਹਾਂਪੁਰਸ਼ਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ। ਤੁਸੀਂ ਮਾਲਕ ਹੋ, ਅਸੀਂ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਚਾਹੇ ਘਟਾਓ ਚਾਹੇ ਵਧਾਓ, ਅਸੀਂ ਦਖਲ ਨਹੀਂ ਦੇਵਾਂਗੇ। ਸਾਰੀ ਸੰਗਤ ਦੇ ਸਰੀਰ ਵੀ ਜੋ ਸਾਡੇ ਅਨੁਸਾਰ ਹਨ ਤੁਹਾਡੇ ਤੇ ਉਸੇ ਤਰ੍ਹਾਂ ਹੀ ਸ਼ਰਧਾ ਰੱਖਣ, ਇਹ ਹੁਕਮ ਮੰਨਣਗੇ। ਸਾਡਾ ਖਜ਼ਾਨਾ ਤੁਹਾਡਾ ਹੈ, ਤੁਹਾਡਾ ਖਜ਼ਾਨਾ ਸਾਡਾ ਹੈ। ਇਸ ਵਿੱਚ ਕੋਈ ਵੀ ਭੇਦ ਭਾਵ ਨਹੀਂ ਹੋਵੇਗਾ। ਏਕ ਜੋਤ ਦੋਏ ਮੂਰਤੀ ਜੋ ਬਚਨ ਵੱਡੇ ਮਹਾਰਾਜ ਜੀ ਨੇ ਆਪਣੀ ਤਾਈਂ ਕਹੇ ਹਨ, ਅਸੀਂ ਦੋਹਾਂ ਨੇ ਇੱਕ ਰੂਪ ਹੋ ਕੇ ਹੀ ਉਹਨਾਂ ਦੀ ਪਾਲਣਾ ਕਰਨੀ ਹੈ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਦੋਵੇਂ ਕਦੇ ਵੀ ਇੱਕ ਦੂਜੇ ਤੋਂ ਦੂਰ ਰਹਿਣ ਜਾਂ ਅਲੈਹਦਗੀ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ। ਇੱਕ ਤਾਂ ਇੱਕ ਹੀ ਹੈ, ਪਰ ਇੱਕ ਤੇ ਇੱਕ ਜਦੋਂ ਦੋ ਏਕੇ ਮਿਲ ਜਾਂਦੇ ਹਨ ਤਾਂ 11 ਬਣ ਜਾਂਦੇ ਹਨ। ਸੋ ਤੁਸੀਂ ਫੌਜ ਵਿੱਚ ਨੌਕਰੀ ਕੀਤੀ ਹੈ, ਇਸ ਕੰਮ ਨੂੰ ਤੁਸੀਂ ਚੰਗੀ ਤਰ੍ਹਾਂ ਸੰਭਾਲ ਸਕਦੇ ਹੋ। ਅਸੀਂ ਵੀ ਹਰ ਤਰ੍ਹਾਂ ਕਰਕੇ ਤੁਹਾਡੇ ਨਾਲ ਹੀ ਹਾਂ, ਪਰ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਵੇਗੀ। ਇਉਂ ਸਥਾਨ ਦੀ ਸਾਰੀ ਜ਼ਿੰਮੇਵਾਰੀ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਦੇ ਜ਼ਿੰਮੇ ਸੌਂਪ ਦਿੱਤੀ। ਆਪ ਤਾਂ ਪਹਿਲਾਂ ਵਾਂਗ ਹੀ ਅਸੰਗ ਤੇ ਨਿਰਲੇਪ ਰਹਿ ਕੇ ਜੀਵਨ ਮੁਕਤੀ ਦਾ ਆਨੰਦ ਮਾਣਨ ਲੱਗੇ। ਛੋਟੇ ਸੰਤ ਜੀ ਮਹਾਰਾਜ ਵੀ ਮਨ ਕਰਕੇ ਪ੍ਰਵਿਰਤੀ ਦੇ ਪਸਾਰੇ ਤੋਂ ਸਦੀਵੀ ਨਿਰਲੇਪ ਹੀ ਰਹੇ। ਉਹਨਾਂ ਦੇ ਸੰਕਲਪ ਨਾਲ ਸੁਤੇ ਸਿੱਧ ਹੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਬਹੁਤ ਸੁੰਦਰ ਰਚਨਾ ਬਣ ਗਈ। ਸਭ ਤੋਂ ਪਹਿਲਾਂ ਇੱਟਾਂ ਬਾਲਿਆਂ ਦੀ ਛੱਤ ਪਾ ਕੇ 12 ਬਾਈ 12 ਫੁੱਟ ਚੌੜਾ ਕਮਰਾ ਤਿਆਰ ਹੋਇਆ, ਜਿਸ ਦੀ ਸੇਵਾ ਕਰਨ ਦਾ ਉਦਮ ਘਣਗਸਾਂ ਨਗਰ ਦੇ ਸਰਦਾਰ ਬੇਅੰਤ ਸਿੰਘ ਪ੍ਰੇਮੀ ਨੇ ਕੀਤਾ। ਉਸ ਦੇ ਅੱਗੇ ਥੰਮਿਆਂ ਬਗੈਰ ਪਾਈਪਾਂ ਤੇ ਟੀਨ ਦਾ ਬਰਾਂਡਾ ਪਾਇਆ। ਦੋਹਾਂ ਮਹਾਂਪੁਰਸ਼ਾਂ ਨੇ ਇਸ ਦੇ ਅੰਦਰ ਭੂਮੀ ਆਸਣ ਦਾ ਰਿਹਾਇਸ਼ ਜਿਹੜੀ ਕੀਤੀ। ਫਿਰ ਬਾਰਿਸ਼ ਦੇ ਵਿੱਚ ਸਮਾਨ ਰੱਖਣ ਵਾਸਤੇ ਟੀਨ ਦੀਆਂ ਚਾਦਰਾਂ ਦਾ ਲੰਗਰ ਬਣ ਗਿਆ। ਉਪਰੰਤ 12 ਫੁੱਟ ਮੁਰੱਬਾ ਪੱਕਾ ਗੁਰੂ ਮਹਾਰਾਜ ਦਾ ਪ੍ਰਕਾਸ਼ ਸਥਾਨ ਬਣ ਗਿਆ। ਫਿਰ ਕੈਂਚੀਆਂ ਦੀ ਛੱਤ ਪਾ ਕੇ 35 ਫੁੱਟ ਚੌੜਾ, ਜਿਸ ਦੇ 3 ਪਾਸੇ 10 ਫੁੱਟ ਚੌੜਾ ਬਰਾਂਡਾ ਸੀ, ਇਹ ਗੁਰੂ ਦਰਬਾਰ ਹੋਰ ਤਿਆਰ ਕੀਤਾ। ਇਸ ਦੀ ਛੱਤ ਹੇਠਾਂ ਰੰਗੀ ਹੋਈ ਲੱਕੜੀ ਦੀ ਸੀਲਿੰਗ ਲਾ ਦਿੱਤੀ। ਫਿਰ ਸੰਗਤਾਂ ਨੇ ਅਰਜ਼ ਕਰਕੇ ਵੱਡੇ ਸੰਤ ਜੀ ਮਹਾਰਾਜ ਦੀ ਰਿਹਾਇਸ਼ ਵਾਸਤੇ 10 ਫੁੱਟ ਮੁਰੱਬਾ ਪੱਕਾ ਭੋਰਾ ਤਿਆਰ ਕਰ ਦਿੱਤਾ। ਠੰਡਾ ਰਹਿਣ ਵਾਸਤੇ ਉੱਪਰ ਛੱਪਰ ਪਾਇਆ ਗਿਆ। ਉਸ ਦੇ ਅੱਗੇ ਕੋਠੜੀ ਸੀ, ਜਿਸ ਤੋਂ ਵਿੱਚੋਂ ਦੀ ਹੇਠਾਂ ਉਤਰਨ ਵਾਸਤੇ ਪੌੜੀਆਂ ਬਣਾਈਆਂ ਗਈਆਂ। ਇੱਕ ਸਮੇਂ ਇਕਾਂਤ ਸਥਾਨ ਵਿੱਚ ਬੈਠਿਆਂ ਦੇਖ ਕੇ ਦੋਹਾਂ ਮਹਾਂਪੁਰਖਾਂ ਪਾਸ ਇਲਾਕੇ ਦੀ ਸੰਗਤ ਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਸੁਬਾਹ ਸ਼ਾਮ ਤਾਂ ਕੀਰਤਨ ਵਿੱਚ ਦਰਸ਼ਨ ਬਖਸ਼ਦੇ ਹੀ ਹੋ, ਪਰ ਹੋਰ ਦਿਨ ਦਾ ਸਾਰਾ ਸਮਾਂ ਢੱਕੀ ਦੇ ਵਿੱਚ ਅਲੋਪ ਹੋ ਕੇ ਬੰਦਗੀ ਵਿੱਚ ਜੁੜੇ ਰਹਿੰਦੇ ਹੋ। ਬਾਹਰੋਂ ਆਏ ਮਾਈ ਭਾਈ ਦਰਸ਼ਨ ਨਹੀਂ ਕਰ ਸਕਦੇ, ਨਾ ਹੀ ਹਜ਼ੂਰ ਦੀ ਪਾਵਨ ਰਸਨਾ ਤੋਂ ਅਮੋਲਕ ਬਚਨ ਸੁਣਨ ਦਾ ਸੁਭਾਗ ਹੀ ਪ੍ਰਾਪਤ ਹੋ ਸਕਦਾ ਹੈ।
ਆਪ ਕਿਰਪਾ ਕਰਕੇ ਮਹੀਨੇ ਵਿੱਚ ਕੋਈ ਜੋੜ ਮੇਲਾ ਨਿਯਤ ਕਰੋ, ਜਿਸ ਦਿਨ ਸਾਰੇ ਹੀ ਪ੍ਰੇਮੀ ਪੁੱਜ ਕੇ ਅੰਮ੍ਰਿਤਮਈ ਬਚਨਾਂ ਦਾ ਅਤੇ ਕੀਰਤਨ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਆਪ ਜੀ ਦਾ ਵੀ ਸੰਗਤ ਨੂੰ ਖੁੱਲ੍ਹਾ ਦੀਦਾਰ ਹੋ ਜਾਇਆ ਕਰੇ। ਸੰਤ ਜੀ ਮਹਾਰਾਜ ਨੇ ਇਹਨਾਂ ਮੁਖੀ ਸੱਜਣਾਂ ਦੀ, ਜੋ ਇਲਾਕੇ ਦੇ ਨਗਰਾਂ 'ਚੋਂ ਇਕੱਠੇ ਹੋ ਕੇ ਆਏ ਸਨ, ਇਹਨਾਂ ਦੀ ਬੇਨਤੀ ਵੱਲ ਧਿਆਨ ਦਿੱਤਾ। ਫਿਰ ਪਰਮੇਸ਼ਰ ਦੀ ਆਗਿਆ ਨਾਲ ਜੋ ਅੱਗੇ ਹਿੰਦੁਸਤਾਨ ਦੇ ਕੋਨੇ-ਕੋਨੇ 'ਤੇ ਜਾ ਕੇ, ਬਲਕਿ ਬਾਹਰਲੇ ਟਾਪੂਆਂ ਦੇ ਵਿੱਚ ਵੀ ਨਾਮ ਅੰਮ੍ਰਿਤ ਦੀ ਵਰਖਾ ਕਰਨੀ ਹੈ, ਉਸ ਨੂੰ ਅਨੁਭਵ ਕਰਕੇ ਹਰੇਕ ਮਹੀਨੇ ਦੀ ਸੰਗਰਾਂਦ ਤੋਂ ਪਹਿਲੀ ਰਾਤ ਅਤੇ ਪੂਰਨਮਾਸ਼ੀ ਤੋਂ ਆਉਣ ਵਾਲੀ ਪਹਿਲੀ ਰਾਤ ਮਹੀਨੇ ਵਿੱਚ ਇਹ 2 ਜੋੜ ਮੇਲੇ ਨਿਯਤ ਕਰ ਲਏ ਗਏ। ਇਹਨਾਂ ਦੋਹਾਂ ਦਿਨਾਂ 'ਚ ਹਜ਼ਾਰਾਂ ਪ੍ਰੇਮੀ ਪੁੱਜ ਕੇ ਲਾਭ ਪ੍ਰਾਪਤ ਕਰਦੇ। ਫਿਰ ਸਰਦੀਆਂ ਵਿੱਚ ਦੀਵਾਨ ਲਗਾਉਣ ਵਾਸਤੇ 30 ਫੁੱਟ ਮੁਰੱਬਾ ਇੱਕ ਵੱਡਾ ਛੱਪਰ ਤਿਆਰ ਕੀਤਾ, ਜਿਸ ਵਿੱਚ ਜੋੜ ਮੇਲੇ ਨੂੰ ਦੀਵਾਨ ਵੀ ਸਜਦਾ ਅਤੇ ਰਾਤ ਦੇ ਸਮੇਂ ਮਾਈਆਂ ਵੀ ਇਸੇ ਵਿੱਚ ਆਰਾਮ ਕਰਦੀਆਂ। ਇਸ ਤਰ੍ਹਾਂ ਸਹਿਜੇ ਸਹਿਜੇ ਰਚਨਾ ਵੱਧਦੀ ਗਈ। ਫਿਰ ਇੱਟਾਂ ਵਾਲਿਆਂ ਦੀ ਛੱਤ 11 ਕਮਰੇ ਪਾਏ ਗਏ। ਜਿਉਂ-ਜਿਉਂ ਸੰਗਤ ਦੀ ਆਵਾਜਾਈ ਵੱਧਦੀ ਗਈ, ਤਿਵੇਂ-ਤਿਵੇਂ ਕਮਰੇ ਤੇ ਲੰਗਰ ਦੀ ਰਚਨਾ ਵੱਧਦੀ ਗਈ। ਉਪਰੰਤ 10 ਬਾਈ 12 ਫੁੱਟ ਬਰਾਂਡੇ ਸਮੇਤ ਕੱਚੀਆਂ ਕੰਧਾਂ ਦਾ ਲੰਗਰ ਤਿਆਰ ਕੀਤਾ। ਭਜਨ ਸਿਮਰਨ ਕਰਨ ਵਾਲੇ ਮਹਾਂਪੁਰਸ਼ਾਂ ਵਾਸਤੇ 14 ਛੱਪਰੀਆਂ ਬਣਾਈਆਂ। ਇਸ ਵਿੱਚ ਇਕੱਲੇ-ਇਕੱਲੇ ਸੱਜਣ ਨੇ ਜੋ ਭਜਨ ਸਿਮਰਨ ਦਾ ਸ਼ੌਂਕ ਰੱਖਦੇ ਸਨ, ਇਹਨਾਂ ਨੇ ਮੌਨ ਧਾਰਨ ਕਰ ਲਿਆ। ਸੋ ਇਸ ਜਗ੍ਹਾ ਦਾ ਨਾਮ ਪੰਚਵਟੀ ਰੱਖਿਆ। ਜਿਵੇਂ ਪੰਚਵਟੀ ਤੇ ਤਿਆਗੀ ਵਿਰਗਤ ਰਿਸ਼ੀਆਂ ਦਾ ਵਾਸਾ ਸੀ, ਉਸੇ ਤਰ੍ਹਾਂ ਇਹਨਾਂ 14 ਛੱਪਰੀਆਂ ਦੇ ਵਿੱਚ ਭਜਨਾਨੰਦੀ ਸਾਧੂ ਰਹਿਣ ਲੱਗੇ। ਹਜ਼ੂਰ ਮਹਾਰਾਜ ਦੀ ਪਾਵਨ ਰਸਨਾ ਤੋਂ ਭਜਨ ਸਿਮਰਨ ਸੰਬੰਧੀ ਅਮੋਲਕ ਬਚਨ ਸੁਣਦਿਆਂ ਹੋਇਆਂ ਕਈ ਸੱਜਣਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ, ਸਾਡਾ ਮੌਨ ਰੱਖ ਕੇ ਭਜਨ ਕਰਨ ਦਾ ਖਿਆਲ ਹੈ, ਅਸੀਂ ਆਪ ਜੀ ਦੀ ਆਗਿਆ ਚਾਹੁੰਦੇ ਹਾਂ। ਤਾਂ ਸੰਤ ਜੀ ਮਹਾਰਾਜ ਨੇ ਉੱਤਰ ਦਿੱਤਾ ਕਿ ਮੌਨ ਤਾਂ 4 ਪ੍ਰਕਾਰ ਦਾ ਹੁੰਦਾ ਹੈ, ਤੁਸੀਂ ਕਿਹੜਾ ਕਰਨਾ ਚਾਹੁੰਦੇ ਹੋ? ਤਾਂ ਇਹ ਕਹਿਣ ਲੱਗੇ, ਮਹਾਰਾਜ ਜੀ, ਅਸੀਂ ਤਾਂ ਕੇਵਲ ਜ਼ਬਾਨ ਨੂੰ ਚੁੱਪ ਕਰਨ ਦਾ ਹੀ ਮੌਨ ਸਮਝਦੇ ਹਾਂ, ਹੋਰ ਤਾਂ ਸਾਨੂੰ ਪਤਾ ਨਹੀਂ। ਜੋ 3 ਤਰ੍ਹਾਂ ਦਾ ਮੌਨ ਆਪ ਜੀ ਹੋਰ ਕਹਿੰਦੇ ਹੋ, ਉਸ ਦੇ ਵੀ ਦੱਸਣ ਦੀ ਕਿਰਪਾਲਤਾ ਕਰੋ। ਸੰਤ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ, ਲਓ ਫਿਰ ਸੁਣੋ ਬਈ। ਪਹਿਲਾ ਮੌਨ ਹੈ ਜ਼ਬਾਨ ਦਾ। ਮਨ ਭਾਵੇਂ ਅੰਦਰੋਂ ਸੰਕਲਪ ਨਾ ਛੱਡੇ, ਪਰ ਆਪਣੀ ਜ਼ਬਾਨ ਨੂੰ ਵੱਸ ਵਿੱਚ ਰੱਖਣਾ। ਇਸ ਮੌਨ ਦਾ ਵੀ ਬਹੁਤ ਵੱਡਾ ਮਹਾਨ ਪੁੰਨ ਹੈ। ਚੁੱਪ ਕੀਤਿਆਂ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ ਨਹੀਂ ਹੁੰਦੀ। ਕੌੜਾ ਬਚਨ ਬੋਲ ਕੇ ਕਿਸੇ ਦਾ ਹਿਰਦਾ ਦੁਖੀ ਨਹੀਂ ਕਰਦਾ। ਜੋ ਕਿਸੇ ਦਾ ਦਿਲ ਦੁਖਾਉਣਾ ਹੈ, ਇਹ ਸਭ ਤੋਂ ਵੱਡਾ ਪਾਪ ਹੈ। ਆਪ ਸ਼ਬਦ ਬੋਲ ਕੇ ਹਰੇਕ ਤੋਂ ਨਰਾਦਰ ਮਿਲਦਾ ਹੈ, ਕਿਉਂਕਿ ਜ਼ਬਾਨ ਕੌੜਾ ਫਿੱਕਾ ਆਖ ਕੇ ਮੁੱਖ ਦੇ ਅੰਦਰ ਜਾ ਵੜਦੀ ਹੈ, ਪਰ ਉਸ ਦਾ ਜਿਹੜਾ ਫਲ ਹੈ ਉਹ ਇਸ ਸਰੀਰ ਨੂੰ ਸਹਾਰਨਾ ਪੈਂਦਾ ਹੈ। ਜਿਹਵਾ ਔਲੇ ਹਾਰੀਏ, ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹੇ ਕਪਾਲ। ਨਾ ਕਰਨ ਵਾਲੇ ਨਾਲੋਂ ਤਾਂ ਇਸ ਮੌਨ ਦਾ ਮਹਾਨ ਪੁੰਨ ਹੈ। ਇਕਾਂਤ ਸਥਾਨ ਵਿਖੇ ਇਕੱਲਿਆਂ ਰਹਿੰਦਾ ਹੈ, ਪਰ ਜੇਕਰ ਅੰਦਰੋਂ ਮਨ ਦੀ ਕਲਪਨਾ ਨਹੀਂ ਮਿਟੀ ਤਾਂ ਇਸ ਦੇ ਕੀਤਿਆਂ ਸ਼ਾਂਤੀ ਨਹੀਂ ਮਿਲਦੀ। ਕਿਉਂਕਿ ਜ਼ਬਾਨ ਨੂੰ ਤਾਂ ਜਿੰਦਰਾ ਮਾਰ ਲਿਆ, ਪਰ ਕਾਪੀਆਂ ਤੇ ਸਲੇਟਾਂ ਤੇ ਲਿਖੀ ਗਿਆ ਫੱਟੀਆਂ ਕਾਲੀਆਂ ਕਰ ਦਿੱਤੀਆਂ, ਹੱਥਾਂ ਤੇ ਉਂਗਲਾਂ ਦੇ ਇਸ਼ਾਰੇ ਕੀਤੇ। ਬਾਣੀ ਦਾ ਫਰਮਾਨ ਹੈ, ਮੋਨੀ ਹੋਏ ਬੈਠਾ ਇਕਾਂਤੀ, ਹਿਰਦੈ ਕਲਪਨ ਗਾਠਾ।
ਹੋਏ ਉਦਾਸੀ ਗ੍ਰਹਿ ਤਜ ਚੱਲਿਓ, ਛੁਟਕੈ ਨਾਹੀ ਨਾਠਾ। ਆਸਾ ਦੀ ਵਾਰ ਦੇ ਵਿੱਚ ਬਚਨ ਆਉਂਦੇ ਹਨ, ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ। ਦੂਸਰਾ ਮੋਨ ਹੈ ਇੰਦਰੀਆਂ ਦਾ। ਇੰਦਰੇ ਆਪੋ ਆਪਣੇ ਵਿਸ਼ਿਆਂ ਵੱਲੋਂ ਰੋਕਣੇ, ਅੱਖਾਂ ਨੂੰ ਰੋਕਣਾ ਪਰਾਇਆ ਰੂਪ ਦੇਖਣ ਵੱਲੋਂ, ਕੰਨਾਂ ਨੂੰ ਰੋਕਣਾ ਨਿੰਦਿਆ ਚੁਗਲੀ ਤੇ ਗੰਦੇ ਗੀਤ ਸੁਣਨ ਵੱਲੋਂ, ਨੱਕ ਨੂੰ ਸੁਗੰਧੀ ਦੁਰਗੰਧੀ ਦੇ ਵਿਸ਼ੇ ਤੋਂ ਉਪਰਾਮ ਕਰਨਾ, ਰਸਨਾ ਨੂੰ ਰਸਾਂ ਕਸਾਂ ਤੋਂ ਵਰਜ ਕੇ ਇਸ ਨਾਲ ਕਿਸੇ ਨੂੰ ਬੁਰਾ ਸ਼ਬਦ ਨਹੀਂ ਆਖਣਾ, ਕਿਉਂਕਿ ਇੰਦਰੀਆਂ ਦੁਆਰੇ ਹੀ ਮਨ ਦੀ ਜਿਹੜੀ ਬਿਰਤੀ ਬਾਹਰ ਆ ਕੇ ਪਦਾਰਥਾਂ ਨੂੰ ਵਿਸ਼ੇ ਕਰਕੇ ਪਦਾਰਥਾਕਾਰ ਹੁੰਦੀ ਹੈ। ਇਉਂ ਮਨ ਦਾ ਇੰਦਰੀਆਂ ਨਾਲੋਂ ਸੰਬੰਧ ਤੋੜ ਕੇ ਪਰਮੇਸ਼ਰ ਪ੍ਰੈਣ ਕਰਨਾ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ। ਇਹ ਜਿਹੜਾ ਮੋਨ ਹੈ ਇਹ ਪਹਿਲੇ ਮੋਨ ਦੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਅਤੇ ਸ੍ਰੇਸ਼ਟ ਹੈ। ਤੀਜਾ ਮਨ ਦਾ ਮੋਨ ਹੈ, ਮਨ ਦੇ ਫੁਰਨੇ ਨੂੰ ਰੋਕਣਾ। ਇਸ ਮਨ ਦੇ ਨਾਲ ਕਿਸੇ ਦਾ ਬੁਰਾ ਨਹੀਂ ਚਿਤਵਣਾ, ਖੋਟਾ ਸੰਕਲਪ ਨਹੀਂ ਉੱਠਣ ਦੇਣਾ, ਗੁਰ ਪਰਮੇਸ਼ਰ ਦੇ ਵਾਕਾਂ ਉੱਤੇ ਪੂਰਾ ਭਰੋਸਾ ਰੱਖਣਾ, ਗੁਰ ਸ਼ਬਦ ਦੇ ਚਿੰਤਨ ਤੇ ਗੁਰਮੂਰਤ ਦੇ ਧਿਆਨ ਬਿਨਾਂ ਇੱਧਰ ਉੱਧਰ ਜਾਣ ਦੀ ਇਸ ਮਨ ਨੂੰ ਆਗਿਆ ਨਾ ਦੇਣੀ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਕੇ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਅਤੇ ਇਸ ਮਨ ਨੂੰ ਇਹ ਨਿਸ਼ਚਾ ਕਰਵਾਉਣਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਤੀਸਰੇ ਪ੍ਰਕਾਰ ਦਾ ਮੋਨ ਮਹਾਂਪੁਰਖਾਂ ਨੇ ਦੱਸਿਆ। ਚੌਥਾ ਮੋਨ ਹੈ ਗਿਆਨ ਦਾ। ਸਾਰਿਆਂ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਅਤੇ ਸਾਰੇ ਸੰਸਾਰ ਨੂੰ ਆਪਣਾ ਰੂਪ ਅਨੁਭਵ ਕਰਕੇ ਹਰੇਕ ਪ੍ਰਾਣੀ ਦਾ ਭਲਾ ਮੰਗਣਾ। ਇਉਂ ਮਨ ਵੀ ਸ਼ਾਂਤ ਅਤੇ ਇਕਾਗਰ ਅਤੇ ਦੂਸਰੇ ਦਾ ਵੀ ਭਲਾ। ਇਹ ਸਭ ਤੋਂ ਸ੍ਰੇਸ਼ਟ ਅਤੇ ਸ਼੍ਰੋਮਣੀ ਮੋਨ ਹੈ। ਪਹਿਲੇ ਦਰਜੇ ਦਾ ਮੋਨ ਵੀ ਬਹੁਤ ਚੰਗਾ ਹੈ। ਸੋ ਇਹਨਾਂ ਨੇ ਅਰਜ਼ ਕੀਤੀ, ਮਹਾਰਾਜ ਇਹ ਉੱਚੀਆਂ ਅਵਸਥਾਵਾਂ ਤਾਂ ਆਪ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਣਗੀਆਂ, ਪਰ ਅਸੀਂ ਤਾਂ ਫਿਲਹਾਲ ਕੇਵਲ ਜ਼ਬਾਨ ਦਾ ਮੋਨ ਹੀ ਰੱਖ ਸਕਦੇ ਹਾਂ। ਤਾਂ ਹਜ਼ੂਰ ਨੇ ਕਿਹਾ, ਬੜੀ ਚੰਗੀ ਗੱਲ ਹੈ, ਇਸ ਵਿੱਚ ਕੁਝ ਕੁ ਨਿਯਮਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਮੌਨ ਰੱਖਣਾ। ਫਿਰ ਸੰਕੇਤ ਕੀਤੇ ਦਿਨਾਂ ਤੱਕ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ। ਖਾਸ ਤੌਰ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰ ਕਰਨੀ। ਰਾਤ ਦੇ 1 ਵਜੇ ਜਾਗ ਕੇ ਇਸ਼ਨਾਨ ਕਰਨਾ ਅਤੇ ਪੌ ਫਟਾਲੇ ਤੱਕ ਸਿਮਰਨ ਦੇ ਵਿੱਚ ਜੁੜੇ ਰਹਿਣਾ। ਰਾਤ ਨੂੰ 11 ਵਜੇ ਤੋਂ ਪਹਿਲਾਂ ਆਰਾਮ ਨਹੀਂ ਕਰਨਾ। ਫਿਰ ਰਸਾਂ ਕਸਾਂ ਨੂੰ ਪਿੱਠ ਦੇ ਕੇ ਕੇਵਲ 8 ਪਹਿਰੀ ਜਿਹੜਾ ਪ੍ਰਸ਼ਾਦਾ ਹੈ ਉਹ ਛਕਣਾ ਹੈ, ਉਹ ਵੀ ਬਹੁਤ ਘੱਟ। ਦਿਨ ਦੇ ਸਮੇਂ ਪ੍ਰਸ਼ਾਦ ਛਕਣ ਤੋਂ ਬਾਅਦ ਸਿਰਫ 2 ਘੰਟੇ ਆਰਾਮ ਕਰ ਸਕਦੇ ਹੋ। ਸਹੀ ਰੂਪ ਦੇ ਵਿੱਚ 8 ਪਹਿਰਾਂ ਚੋਂ 20 ਘੰਟੇ ਭਜਨ ਕਰਨਾ ਅਤੇ ਕੇਵਲ 4 ਘੰਟੇ ਹੀ ਆਰਾਮ ਕਰਨਾ। ਹਰੇਕ ਸਵਾਸ ਦੇ ਨਾਲ ਸਿਮਰਨ ਕਰਨਾ ਅਤੇ ਆਪਣੇ ਆਪ ਨੂੰ ਮੁਰਦਿਆਂ ਦੇ ਸਮਾਨ ਸਮਝ ਕੇ ਦੁਨੀਆ ਵਿੱਚ ਰਹਿਣਾ। ਜੇਕਰ ਪੂਰੇ ਸ਼ੌਂਕ ਦੇ ਨਾਲ ਸੇਵਾ ਅਤੇ ਸਿਮਰਨ ਕਰਦਿਆਂ ਜ਼ਿੰਦਗੀ ਦਾ ਇਹ ਕੀਮਤੀ ਸਮਾਂ ਇਸ ਪਾਸੇ ਲਗਾ ਦੇਵੋਗੇ ਤਾਂ ਇਸੇ ਹੀ ਜਨਮ ਦੇ ਵਿੱਚ ਤੁਹਾਡਾ ਜਨਮ ਮਰਨ ਕੱਟਿਆ ਜਾਵੇਗਾ। ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਇਹ ਉੱਤਮ ਉਪਦੇਸ਼ ਸੁਣ ਕੇ ਸਭਨਾਂ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ਅਤੇ ਦੂਜੇ ਦਿਨ ਅਰਦਾਸ ਕਰਕੇ
ਮੌਨ ਧਾਰਨ ਕਰ ਲਿਆ। ਦੋਵੇਂ ਸੰਤ ਜੀ ਮਹਾਰਾਜ ਤੋਂ ਇਲਾਵਾ ਇਸ ਵਿੱਚ ਹੇਠ ਲਿਖੇ ਪ੍ਰੇਮੀਆਂ ਨੇ ਹਿੱਸਾ ਲਿਆ। ਭਾਈ ਗੁਰਬਚਨ ਸਿੰਘ ਪਿੰਡ ਜਹਾਂਗੀਰ, ਬਾਬਾ ਦਸੌਂਦਾ ਸਿੰਘ ਪਿੰਡ ਰਾਮਪੁਰ, ਭਾਈ ਸੰਤਾ ਸਿੰਘ ਦਰਜੀ ਪਿੰਡ ਤਾਰੂਆਣਾ, ਭਾਈ ਸੰਤਾ ਸਿੰਘ ਮਿਸਤਰੀ ਖਟੜੇ ਤੋਂ, ਗਿਆਨੀ ਮੇਹਰ ਸਿੰਘ, ਸਵਾਮੀ ਸੰਤੋਖ ਸਿੰਘ, ਗੁੱਜਰ ਸਿੰਘ ਬਾਈ ਜੀ, ਭਾਈ ਮਹਾ ਸਿੰਘ, ਬਚਨ ਸਿੰਘ ਜਗੇੜਾ, ਬਚਨ ਸਿੰਘ ਸੁਧਾਰ, ਬਾਬਾ ਨਾਹਰ ਸਿੰਘ ਭੁੱਟਾ, ਭਾਈ ਆਨੰਦ ਸਿੰਘ, ਭਾਈ ਦਲੀਪ ਸਿੰਘ ਮੋਮਨਾਬਾਦ, ਪਾਖਰ ਸਿੰਘ, ਫਰੀਦ ਪਿੰਡ ਘਲੋਟੀ, ਭਾਈ ਮਾਘਾ ਸਿੰਘ ਵੀਰ, ਭਾਈ ਰਲਾ ਸਿੰਘ ਬਾਬੂ ਜੀ, ਭਾਈ ਦਲੀਪ ਸਿੰਘ ਮਾਠਾ, ਭਾਈ ਰੰਗੀਲਾ ਸਿੰਘ, ਭਾਈ ਮੇਵਾ ਸਿੰਘ ਕੁੱਬੇ, ਬਾਬਾ ਵਰਿਆਮ ਸਿੰਘ ਪਿੰਡ ਮਨਮੀ, ਭਾਈ ਪ੍ਰੀਤਮ ਸਿੰਘ ਘਣਗਸਾਂ, ਪ੍ਰੇਮ ਸਿੰਘ ਪੰਡਤ ਪਿੰਡ ਘਣਗਸਾਂ, ਭਾਈ ਇੰਦਰ ਸਿੰਘ ਇਤਿਆਦਿਕ। ਹੋਰ ਵੀ ਬਹੁਤ ਸਾਰੇ ਪ੍ਰੇਮੀ ਸਨ, ਜਿਨ੍ਹਾਂ ਵਿੱਚੋਂ 18 ਸਿੰਘਾਂ ਨੇ ਤਾਂ ਪੱਕਾ ਹੀ ਨਾਮ ਬੋਲਣ ਦਾ ਨਿਯਮ ਕੀਤਾ ਹੋਇਆ ਸੀ। ਹੋਰ ਸੱਜਣ ਕੋਈ ਇੱਕ ਚਲੀਆ, ਕੋਈ ਦੋ ਚਲੀਏ ਕਰਕੇ ਮੌਨ ਖੋਲ੍ਹ ਲੈਂਦੇ, ਪਰ ਇਹਨਾਂ 18 ਨੇ ਲਗਾਤਾਰ 6 ਸਾਲ ਦਾ ਮੌਨ ਕੀਤਾ। ਹਰ ਇੱਕ ਨੂੰ ਪਹਿਲਾਂ ਅੰਮ੍ਰਿਤ ਛਕਾ ਕੇ ਫਿਰ ਸਿਮਰਨ ਕਰਨ ਦਾ ਤਰੀਕਾ ਮਹਾਂਪੁਰਖਾਂ ਵੱਲੋਂ ਦੱਸਿਆ ਜਾਂਦਾ ਹੈ। ਇਹਨਾਂ ਵਿੱਚੋਂ ਕਈ ਕੁ ਪ੍ਰੇਮੀ ਹਰ ਰੋਜ਼ 100 ਪਾਠ ਜਪਜੀ ਸਾਹਿਬ ਦਾ ਕਰਦੇ ਸਨ। ਕਈਆਂ ਨੇ ਰੋਜ਼ ਦੇ 25 ਪਾਠ ਸੁਖਮਨੀ ਸਾਹਿਬ ਦੇ ਪਾਠਾਂ ਦਾ ਨਿਯਮ ਕੀਤਾ। ਕਈ ਮੂਲ ਮੰਤਰ ਦੀ ਇੱਕ ਪੱਕੀ ਮਾਲਾ, ਭਾਵ ਕਿ 108 ਮਾਲਾ, 108 ਮਣਕਿਆਂ ਦੀਆਂ ਸੋ ਉਹ ਕਰਦੇ। ਕਈ 5 ਗ੍ਰੰਥੀ ਦਾ ਪਾਠ ਕਰਕੇ ਹੀ ਜਲ ਪਾਣੀ ਛਕਦੇ। ਕਈ ਇੱਕ ਪ੍ਰੇਮੀ ਰਾਤ ਦਿਨ ਲੱਗ ਕੇ 3 ਜਾਂ 4 ਦਿਨਾਂ ਦੇ ਵਿੱਚ ਸਹਿਜ ਪਾਠ ਦਾ ਭੋਗ ਪਾ ਲੈਂਦੇ। ਗਰਮੀ ਸਰਦੀ ਵਿੱਚ ਸਵੇਰੇ ਲੱਸੀ ਦਾ ਗਲਾਸ, ਦੁਪਹਿਰ ਦੇ ਸਮੇਂ ਕੇਵਲ 8 ਪਹਿਰੀ ਪ੍ਰਸ਼ਾਦਾ ਛਕਦੇ। ਸ਼ਾਮ ਨੂੰ ਕੁਝ ਨਹੀਂ ਸੀ ਅੰਗੀਕਾਰ ਕਰਦੇ। ਕਦੇ ਕਦੇ ਦਿਨੇ ਖਿਚੜੀ ਬਣਦੀ, ਕਦੇ ਮੂੰਗੀ ਦੀ ਦਾਲ। ਇਸ ਤਰ੍ਹਾਂ ਅਨੁਸ਼ਠਾਨ ਕਰਨ ਵਾਲਿਆਂ ਦਾ ਬਗੈਰ ਮਿਰਚ ਦੇ ਘੱਟ ਲੂਣ ਵਾਲਾ ਸਤੋਗੁਣੀ ਭੋਜਨ ਬਣਦਾ। ਗਰਮੀ ਸਰਦੀ ਦੇ ਰਾਤ ਦੇ 12 ਵਜੇ ਕੇਸੀ ਇਸ਼ਨਾਨ ਕਰਕੇ ਹਜੂਰ ਦੇ ਨਾਲ ਨਹਿਰ ਦੇ ਕੰਢੇ ਪੁੱਜ ਜਾਂਦੇ, ਜਿੱਥੇ ਸ਼ਬਦ ਸੁਰਤ ਦੇ ਮਿਲਾਪ ਦੁਆਰਾ ਸਵਾਸ ਰੋਕ ਕੇ ਸਿਮਰਨ ਕਰਦੇ। ਸੋ ਇਸ ਤਰ੍ਹਾਂ ਨਾਲ ਇੱਕ ਦਿਨ ਸ਼ਾਮ ਦੇ ਵਕਤ ਸੰਤ ਜੀ ਮਹਾਰਾਜ ਨੇ ਸਾਰੇ ਪ੍ਰੇਮੀਆਂ ਨੂੰ ਆਪਣੇ ਪਾਸ ਬੁਲਾ ਕੇ ਗੁਰਸਿੱਖੀ ਦੇ ਅਸੂਲ ਦੱਸੇ ਕਿ ਗੁਰੂ ਕਾ ਸਿੱਖ ਕੌਣ ਹੈ। ਸਿੱਖੀ ਦੀ ਜੋ ਦਾਤ ਹੈ ਉਹ ਸਭ ਤੋਂ ਉੱਚੀ ਤੇ ਮੋਲਕ ਹੈ। ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖੀ ਨੂੰ ਖੰਡੇ ਦੀ ਧਾਰ ਨਾਲ ਪਰਖਿਆ, ਜਿਸ ਵਿੱਚ ਸਭ ਤੋਂ ਪਹਿਲਾਂ ਬਾਬਾ ਦਇਆ ਸਿੰਘ ਜੀ, ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ। ਫਿਰ ਹੋਰ 4 ਉਹ ਮਹਾਨ ਮਹਾਂਪੁਰਖ ਵਾਰੀ-ਵਾਰੀ ਜਿਨ੍ਹਾਂ ਨੇ ਆਪਣੇ ਸੀਸ ਭੇਟ ਕੀਤੇ, ਤੇ ਸਰਬੰਸਦਾਨੀ ਪਾਤਸ਼ਾਹ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਇਸ ਅਮੋਲਕ ਦਾਤ ਨੂੰ ਉਹਨਾਂ 5 ਨੂੰ ਬਖਸ਼ਿਆ। ਜਾਤੀ ਦੇ ਵਿਤਕਰੇ ਬਿਨਾਂ ਗੁਰੂ ਕਾ ਸਿੱਖ ਸਭ ਦਾ ਭਲਾ ਮੰਗਦਾ ਹੈ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਫਿਰ ਗੁਰਸ਼ਬਦ ਦਾ ਅਭਿਆਸ ਅਤੇ ਦਿਨੇ ਗੁਰਬਾਣੀ ਦਾ ਪਾਠ, ਇਹ ਸਿੱਖ ਦਾ ਜੀਵਨ ਹੈ। ਮਹਾਂਪੁਰਖਾਂ ਨੇ ਦੱਸਿਆ ਕਿ ਸਾਡੇ ਵੱਡੇ ਬਜ਼ੁਰਗਾਂ ਨੇ, ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਨੇ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਹੀ 25 ਜਪਜੀ ਸਾਹਿਬ ਦੇ ਪਾਠ ਕਰਨ ਦਾ ਨਿਯਮ ਕਰਵਾਇਆ, ਜੋ ਬਾਬਾ ਖੇਮ ਸਿੰਘ ਜੀ ਬੇਦੀ ਰਾਵਲਪਿੰਡੀ ਵਾਲਿਆਂ ਨੇ, ਜੋ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਦੇ ਪੜਪੋਤੇ, ਬਾਬਾ ਬਿਸ਼ਨ ਸਿੰਘ ਜੀ ਦੇ ਪੋਤਰੇ ਤੇ ਬਾਬਾ ਅਤਰ ਸਿੰਘ ਜੀ ਦੇ ਪੁੱਤਰ ਸਨ, ਸਾਰੀ ਜ਼ਿੰਦਗੀ ਇਸ ਪਾਵਨ ਬਚਨ ਉੱਤੇ ਪਹਿਰਾ ਦਿੱਤਾ, ਜਿਨ੍ਹਾਂ ਦੀ ਸੰਗਤ ਦੇ ਨਾਲ ਅੱਗੇ ਵੀ ਅਨੇਕਾਂ ਪ੍ਰਾਣੀ ਤਰੇ। ਚੌਥੇ ਪਾਤਸ਼ਾਹ ਮਹਾਰਾਜ ਜੀ ਗੁਰਸਿੱਖ ਦੀ ਰਹਿਣੀ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਉਂਦੇ ਹਨ
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੋ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵ ਰਹਿ ਨਾਮ ਜਪਾਵੈ। ਸੋ ਸਿੱਖ ਵਾਸਤੇ ਅੰਮ੍ਰਿਤ ਵੇਲੇ ਦਾ ਜਾਗਣਾ ਅਤੀ ਜ਼ਰੂਰੀ, ਔਰ ਇਹ ਇੱਕ ਮਹਾਰਾਜ ਜੀ ਦਾ ਹੁਕਮ ਹੈ। ਸਿੰਘ ਦਾ ਜੋ ਜੀਵਨ ਹੈ ਬੜਾ ਨਿਰਾਲਾ ਤੇ ਸੱਚਾ ਹੈ। ਅੱਜ ਦੇ ਸਮੇਂ ਦੇ ਵਿੱਚ ਇਹ ਜੀਵਨ ਵੇਖਣ ਵਿੱਚ ਬਹੁਤ ਘੱਟ ਆਉਂਦਾ ਹੈ। ਜਿਹੜਾ ਸਿੰਘ ਜੀਵਨ ਜਿਉਂਦੇ ਹਨ, ਅੱਜ ਵੀ ਉਹ ਪੁਰਾਤਨ ਸਿੰਘਾਂ ਵਾਂਗ ਧਰਮ, ਸਮਾਜ ਅਤੇ ਦੇਸ਼ ਦੇ ਵਿੱਚ ਸਤਿਕਾਰੇ ਜਾਂਦੇ ਹਨ। ਦਸ਼ਮੇਸ਼ ਜੀ ਮਹਾਰਾਜ ਨੇ ਸਿੰਘ ਨੂੰ ਜੀਵਨ ਬਖਸ਼ਣ ਤੋਂ ਪਹਿਲਾਂ ਅਕਾਲ ਪੁਰਖ ਮਹਾਰਾਜ ਜੀਆਂ ਦੇ ਅੱਗੇ ਸਰਬੰਸ ਵਾਰਨ ਦਾ ਬਚਨ ਕੀਤਾ। ਪਿਤਾ ਦੀ ਕਮਾਈ ਪੁੱਤਰ ਖਾਂਦੇ ਹਨ। ਜੇਕਰ ਪੁੱਤਰ ਹੀ ਪਿਤਾ ਦੀ ਸਿੱਖਿਆ ਨੂੰ ਭੁੱਲ ਜਾਵੇ ਤਾਂ ਉਹ ਕੰਗਾਲ ਅਤੇ ਦੁਖੀ ਹੋ ਕੇ ਦਰ-ਦਰ ਠੋਕਰਾਂ ਖਾਂਦਾ ਹੈ, ਦੂਜਿਆਂ ਦਾ ਗੁਲਾਮ ਹੋ ਕੇ ਔਖੇ ਦਿਨ ਕੱਟਦਾ ਹੈ। ਸੋ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸਿੰਘਾਂ ਵਾਲਾ ਜੋ ਅਸਲ ਜੀਵਨ ਸੀ ਉਹ ਜਿਉਂਦੇ, ਜਿਸ ਕਰਕੇ ਉਹ ਦ੍ਰਿੜ ਵਿਸ਼ਵਾਸੀ ਅਤੇ ਨੇਕੀ ਕਰਨ ਵਾਲੇ ਔਰ ਪਰਉਪਕਾਰ ਵਾਸਤੇ ਕਾਹਲੇ ਰਹਿੰਦੇ ਸਨ। ਇਹ ਵੀ ਸਹੀ ਹੈ ਕਿ ਅਰਬ ਨੇ ਤਾਂ ਇੱਕ ਹਾਤਮਤਾਈ ਨੂੰ ਜਨਮ ਦਿੱਤਾ, ਪਰ ਸਤਿਗੁਰਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਹਾਤਮਤਾਈ ਪੈਦਾ ਕੀਤੇ। ਸਿੰਘ ਅੰਮ੍ਰਿਤ ਵੇਲੇ ਜਾਗਦੇ ਕਿਸੇ ਖੂਹ, ਸਰੋਵਰ ਜਾਂ ਦਰਿਆ ਵਿੱਚ ਇਸ਼ਨਾਨ ਕਰਕੇ ਉਪਰੰਤ ਬਾਣੀ ਦਾ ਪਾਠ ਕਰਦੇ। ਜੇ ਕਿਸੇ ਨੂੰ ਬਾਣੀ ਨਹੀਂ ਸੀ ਆਉਂਦੀ, ਉਹ ਇਕਾਂਤ ਵਿੱਚ ਬੈਠ ਕੇ ਸਤਿਗੁਰਾਂ ਦੇ ਚਰਨਾਂ ਨਾਲ ਲਿਵ ਜੋੜ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਾ। ਤੋ ਇਸ ਪ੍ਰਕਾਰ ਪੌ ਫਟਾਲੇ ਸਮੇਂ ਸਮਾਧੀ ਤੋਂ ਉਥਾਨ ਹੋ ਕੇ ਇੱਕ ਦੂਸਰੇ ਨੂੰ ਫਤਿਹ ਬੁਲਾ ਕੇ ਫੇਰ ਹੀ ਆਪਣਾ ਕਾਰ ਵਿਹਾਰ ਕਰਦੇ ਸੀ। ਦਸਾਂ ਨੌਹਾਂ ਦੀ ਹੱਕ ਦੀ ਕਿਰਤ ਕਰਦੇ, ਵੰਡ ਕੇ ਛਕਦੇ ਸੀ। ਕਿਰਤ ਵਿਰਤ ਕਰ ਧਰਮ ਦੀ, ਖੱਟ ਖਿਲਾਵਣ ਕਾਰ ਕਰੇ ਹੀ। ਹਰੇਕ ਪ੍ਰਾਣੀ ਦਾ ਭਲਾ ਮੰਗਦੇ ਸੀ। ਹਰ ਇੱਕ ਸਿੱਖ ਨੂੰ ਸਕੇ ਵੀਰਾਂ ਸਮਾਨ ਜਾਣ ਕੇ ਉਹਨਾਂ ਦੇ ਮੁੜਕੇ ਦੀ ਥਾਂ ਆਪਣਾ ਖੂਨ ਡੋਲਦੇ ਸੀ। ਨਤਾਣੇ ਦੀ ਪੁਕਾਰ ਸੁਣਦੇ, ਭੁੱਖੇ ਨੂੰ ਰੋਟੀ ਤੇ ਨੰਗੇ ਨੂੰ ਕੱਪੜਾ ਦੇਣਾ ਆਪਣਾ ਪਰਮ ਧਰਮ ਸਮਝਦੇ ਸੀ। ਗਰੀਬ ਦੀ ਰੱਖਿਆ, ਦੇਸ਼ ਸੇਵਾ ਤੇ ਦੁਖੀ ਮਜਲੂਮਾਂ ਵਾਸਤੇ ਜਾਨ ਵਾਰਨ ਲਈ ਤਿਆਰ ਰਹਿੰਦੇ ਸਨ। ਭਾਈ ਗੁਰਦਾਸ ਜੀ ਨੇ ਸਿੱਖ ਦੀ ਰਹਿਣੀ ਇਸ ਪ੍ਰਕਾਰ ਕਥਨ ਕੀਤੀ ਹੈ। ਕੁਰਬਾਨੀ ਤਿਨਾ ਗੁਰ ਸਿੱਖਾਂ, ਪਿਛਲ ਰਾਤੀ ਉਠ ਬਹੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਅੰਮ੍ਰਿਤ ਵੇਲੇ ਸਰ ਨਾ ਵੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਸਾਧ ਸੰਗਤ ਚੱਲ ਜਾਏ ਜੁੜੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਗੁਰਬਾਣੀ ਨਿਤ ਗਾਏ ਸੁਣੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਮਨ ਮੇਲੀ ਕਰ ਮੇਲ ਮਿਲੰਦੇ। ਕੁਰਬਾਨੀ ਤਿਨਾ ਗੁਰ ਸਿੱਖਾਂ, ਭਾਏ ਭਗਤ ਗੁਰਪੁਰਬ ਕਰੰਦੇ। ਗੁਰ ਸੇਵਾ ਫਲ ਸੁਫਲ ਫਲੰਦੇ। ਇਸ ਪ੍ਰਕਾਰ ਪਿਛਲ ਰਾਤੀ ਜਾਗਣਾ, ਨਾਮਦਾਨ ਇਸਨਾਨ ਦਿੜਾਏ,
ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਘਾਲ ਖਾਏ ਸੁਕ੍ਰਿਤ ਕਰੈ ਵੱਡਾ ਹੋਏ ਨਾ ਆਪ ਗਣਾਏ। ਸਾਧ ਸੰਗਤ ਮਿਲ ਗਾਮ ਦੇ ਰਾਤ ਦੇਹੈ ਨਿਤ ਚੱਲ ਚੱਲ ਜਾਏ। ਸ਼ਬਦ ਸੁਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ। ਆਸਾ ਵਿੱਚ ਨਿਰਾਸ ਵਿਲਾਏ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਇਹਨਾਂ ਅਭਿਆਸੀ ਸੱਜਣਾਂ ਨੂੰ ਸੋ ਅਸਲ ਸਿੱਖ ਤੇ ਸਿੰਘ ਦੇ ਜੀਵਨ ਦੀ ਪਹਿਚਾਣ ਦੇ ਇਹ ਬਚਨ ਗੁਰਮਤਿ ਅਨੁਸਾਰ ਗੁਰਬਾਣੀ ਅਨੁਸਾਰ ਦਰਸਾਉਣੇ ਕੀਤੇ। ਕਦੇ ਕਦੇ ਮਹਾਂਪੁਰਖ ਆਪਣੀ ਮੌਜ ਵਿੱਚ ਆ ਕੇ ਰਾਤ ਦੇ ਸਮੇਂ ਇਹਨਾਂ ਭਜਨ ਕਰਨ ਵਾਲੇ ਅਭਿਆਸੀ ਸੱਜਣਾਂ ਨੂੰ ਇਕਾਂਤ ਸਥਾਨ 'ਤੇ ਬੁਲਾ ਕੇ ਉਪਦੇਸ਼ ਕਰਦੇ ਕਿ ਗੁਰਮੁਖੋ, ਹਰ ਇੱਕ ਜਗਿਆਸੂ ਨੇ ਇਹ ਵਿਚਾਰਨਾ ਹੈ ਕਿ ਸਾਡੇ ਜੀਵਨ ਦਾ ਨਿਸ਼ਾਨਾ ਕੀ ਹੈ, ਅਸੀਂ ਸੰਸਾਰ 'ਤੇ ਆਏ ਕਿਉਂ ਹਾਂ, ਸਾਨੂੰ ਕੀ ਕਰਨਾ ਚਾਹੀਦਾ ਹੈ, ਅਸਲ ਵਿੱਚ ਸਾਡੀ ਮੰਜ਼ਿਲ ਕਿਹੜੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜੋ ਉੱਤਰ ਹੈ ਉਹ ਮਹਾਂਪੁਰਸ਼ਾਂ ਦੀ ਸੰਗਤ ਤੋਂ ਮਿਲਦਾ ਹੈ। ਸੋ ਮਹਾਂਪੁਰਸ਼ ਆਪ ਫਿਰ ਸੋਝੀ ਬਖਸ਼ਿਸ਼ ਕਰਦੇ ਕਿ ਅਸੀਂ ਸਾਰੇ ਜਣੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਘਰੋਂ ਤੁਰੇ ਹਾਂ। ਸਿਆਣਾ ਪੁਰਸ਼ ਜੋ ਸਫ਼ਰ ਕਰਨ ਵਾਸਤੇ ਘਰੋਂ ਚੱਲਦਾ ਹੈ ਉਹ ਆਪਣੀ ਮੰਜ਼ਿਲ 'ਤੇ ਪਹੁੰਚੇ ਬਿਨਾਂ ਰਾਹ ਦੇ ਵਿੱਚ ਕਿਤੇ ਰੁਕਦਾ ਨਹੀਂ। ਇਹ ਜੀਵ ਆਪਣੇ ਪਰਮ ਜੋਤ ਰੂਪ ਪਰਮੇਸ਼ਰ ਤੋਂ ਵਿਛੜਿਆ ਹੋਣ ਕਰਕੇ ਹਰ ਵੇਲੇ ਅਪੂਰਨ ਅਤੇ ਦੁਖੀ ਹੈ। ਉਸ ਨਾਲ ਇੱਕ ਰੂਪ ਹੋਣ 'ਤੇ ਸੰਸਾਰ ਰੂਪ ਗੱਡੀ ਵਿੱਚ ਸਵਾਰ ਹੋ ਕੇ ਸਫ਼ਰ ਕਰ ਰਿਹਾ ਹੈ। ਇਸ ਦੀ ਮੰਜ਼ਿਲ ਕੇਵਲ ਪਰਮੇਸ਼ਰ ਦੀ ਪ੍ਰਾਪਤੀ ਹੈ। ਜਦੋਂ ਕੋਈ ਮਨੁੱਖ ਆਪਣੇ ਸਫ਼ਰ ਵਾਸਤੇ ਗੱਡੀ ਵਿੱਚ ਸਵਾਰ ਹੁੰਦਾ ਹੈ ਉਸ ਨੂੰ ਰਸਤੇ ਵਿੱਚ ਹਰੇਕ ਸਟੇਸ਼ਨ 'ਤੇ ਮੁਸਾਫਰ ਮਿਲਦੇ ਹਨ। ਕਈ ਪਹਿਲਾਂ ਹੀ ਉਸ ਜਗ੍ਹਾ ਬੈਠੇ ਹੁੰਦੇ ਹਨ, ਕਈ ਨਵੇਂ ਬੈਠਦੇ ਹਨ। ਕੋਈ ਆਪਣਾ ਸਫ਼ਰ ਤੈਅ ਕਰਕੇ ਸਟੇਸ਼ਨ ਆਉਣ 'ਤੇ ਉਤਰਦੇ ਹਨ। ਇਹ ਇਸ ਦੇ ਰਾਹ ਦੇ ਸਾਥੀ ਹਨ। ਕਿਸੇ ਦਾ ਮਿਲਾਪ ਕੁਝ ਘੜੀਆਂ ਦਾ, ਕਿਸੇ ਦਾ ਕੁਝ ਘੰਟਿਆਂ ਦਾ, ਕਿਸੇ ਦਾ ਕੁਝ ਪਹਿਰਾਂ ਜਾਂ ਦਿਨਾਂ ਦਾ ਹੁੰਦਾ ਹੈ, ਪਰ ਇਹਨਾਂ ਨੂੰ ਆਪਣੇ ਸਾਥੀ ਸਮਝ ਕੇ ਇਹ ਜੋ ਸਫ਼ਰ ਕਰ ਰਿਹਾ ਯਾਤਰੂ ਹੈ ਇਹ ਉਹਨਾਂ ਦੇ ਨਾਲ ਨਹੀਂ ਉਤਰ ਜਾਂਦਾ, ਨਾ ਹੀ ਉਹਨਾਂ ਦੇ ਗਿਆਂ ਦਾ ਕਦੇ ਹਰਖ ਸੋਗ ਧਾਰਦਾ ਹੈ। ਜਿਵੇਂ ਕਲਕੱਤੇ ਜਾਣ ਵਾਲਾ ਸੱਜਣ ਹਾਵੜੇ ਸਟੇਸ਼ਨ ਦਾ ਟਿਕਟ ਲੈ ਕੇ ਪੰਜਾਬ ਤੋਂ ਗੱਡੀ ਵਿੱਚ ਬੈਠ ਗਿਆ। ਉਸੇ ਡੱਬੇ ਦੇ ਵਿੱਚ ਉਸ ਨੂੰ ਸਾਥ ਵਜੋਂ ਕਈ ਹੋਰ ਸੱਜਣ ਮਿਲ ਗਏ। ਉਹਨਾਂ 'ਚੋਂ ਕੋਈ ਕਿਸੇ ਸਟੇਸ਼ਨ 'ਤੇ ਜਾਣ ਵਾਲਾ, ਕੋਈ ਕਿਸੇ ਸ਼ਹਿਰ ਨੂੰ ਜਾਣ ਵਾਲਾ। ਰਸਤੇ ਵਿੱਚ ਕਈ ਦਿਨਾਂ ਦਾ ਸਫ਼ਰ ਅਤੇ ਨੇੜਤਾ ਕਰਕੇ ਆਪਸ ਦੇ ਵਿੱਚ ਮੋਹ ਪਿਆਰ ਵੀ ਪੈ ਜਾਂਦਾ ਹੈ। ਹੁਣ ਉਹ ਸਟੇਸ਼ਨ ਆਉਣੇ ਸ਼ੁਰੂ ਹੋ ਜਾਂਦੇ ਹਨ ਜਿੱਥੇ ਜਾ ਕੇ ਉਹਨਾਂ ਨੇ ਇੱਕ ਇੱਕ ਦੋ ਦੋ ਕਰਕੇ ਉਤਰਨਾ ਹੈ। ਪਰ ਕਲਕੱਤੇ ਜਾਣ ਵਾਲਾ ਜਿਹੜਾ ਰਾਹੀ ਹੈ ਉਹਨਾਂ ਦੇ ਮੋਹ ਵਿੱਚ ਵਸ ਹੋ ਕੇ ਕਲਕੱਤੇ ਜਾਣ ਦਾ ਨਿਸ਼ਾਨਾ ਛੱਡ ਕੇ ਉਹਨਾਂ ਦੇ ਨਾਲ ਰਾਹ ਵਿੱਚ ਨਹੀਂ ਉਤਰ ਜਾਂਦਾ, ਅਤੇ ਨਾ ਹੀ ਇਸ ਤਰ੍ਹਾਂ ਆਪਣਾ ਨਿਸ਼ਾਨਾ ਛੱਡ ਕੇ ਰਾਹ ਵਿੱਚ ਮਿਲੇ ਰਾਹੀਆਂ ਦੇ ਮੋਹ ਜਾਲ ਵਿੱਚ ਫਸ ਜਾਂਦਾ। ਜੇ ਫਸਦਾ ਹੈ ਤਾਂ ਕੋਈ ਸਿਆਣਪ ਨਹੀਂ ਹੈ। ਇਸੇ ਤਰ੍ਹਾਂ ਜੀਵ ਰੂਪ ਮੁਸਾਫਰ ਆਪਣੀ ਮੰਜ਼ਿਲੇ ਮਕਸੂਦ 'ਤੇ ਪੁੱਜਣ ਦਾ ਸਫ਼ਰ ਕਰਦਾ ਹੈ। ਰਾਹ ਦੇ ਵਿੱਚ ਇਸ ਨੂੰ ਕਈ ਮੇਲੀ ਮਿਲਦੇ ਹਨ, ਸੰਬੰਧੀ, ਸੰਸਾਰੀ ਪਦਾਰਥ, ਸੰਸਾਰਕ ਮਾਣ ਪ੍ਰਤਿਸ਼ਠਾ। ਇਹਨਾਂ ਨਾਲ ਇਸ ਦਾ ਲੰਮਾ ਸਾਥ ਹੈ। ਦਿਨ ਰਾਤ ਦੀ ਨੇੜਤਾ ਅਤੇ ਵਰਤ ਵਰਤਾਰੇ ਨਾਲ ਇਹਨਾਂ ਨਾਲ ਮੋਹ ਪੈ ਜਾਣਾ ਵੀ ਜ਼ਰੂਰੀ ਹੈ। ਪਰ ਜੀਵਨ ਦੇ ਸਫ਼ਰ ਦੇ ਵਿੱਚ ਅਸੀਂ ਇਹ ਭੁੱਲ ਕਰਦੇ ਹਾਂ ਕਿ ਜੋ ਆਪਣਾ ਪਰਮ ਮਨੋਰਥ ਛੱਡ ਕੇ ਜਿਸ ਜੋਤੀ ਸਰੂਪ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਉਸ ਦੀ ਭਾਲ ਵਿੱਚ ਤੁਰੇ ਹੋਏ ਉਸ ਪਰਮ ਜੋਤ ਨੂੰ ਭੁੱਲ ਕੇ ਸੰਸਾਰੀ ਪਦਾਰਥ, ਧੀਆਂ ਪੁੱਤਰਾਂ ਤੇ ਦੁਨਿਆਵੀ ਮਾਣ ਵਡਿਆਈ ਵਿੱਚ ਖਚਤ ਹੋ ਜਾਂਦੇ ਹਾਂ ਅਤੇ ਇਹਨਾਂ ਚੀਜ਼ਾਂ ਨੂੰ ਹੀ ਜੀਵਨ ਮਨੋਰਥ ਸਮਝ ਕੇ ਅਸਲੀ ਨਿਸ਼ਾਨੇ ਤੋਂ ਖੁੰਝ ਜਾਂਦੇ ਹਾਂ।
ਜਿੱਥੋਂ ਤੱਕ ਸਾਕਾਂ ਸੰਬੰਧੀਆਂ ਤੇ ਰਿਸ਼ਤੇਦਾਰਾਂ ਦਾ ਸੰਬੰਧ ਹੈ, ਅਸੀਂ ਇਹਨਾਂ ਨੂੰ ਸਦੀਵੀ ਅਤੇ ਅਟੁੱਟ ਸਮਝੀ ਬੈਠੇ ਹਾਂ। ਪਰ ਇਹਨਾਂ ਨਾਲ ਸਾਡਾ ਸੰਬੰਧ ਇਹ ਤਾਂ ਡਰਾਮੇ ਦੇ ਐਕਟਰਾਂ ਵਰਗਾ ਹੈ। ਜਿਵੇਂ ਡਰਾਮੇ ਜਾਂ ਫਿਲਮ ਦੇ ਵਿੱਚ ਕੰਮ ਕਰਨ ਵਾਲਾ ਇੱਕ ਆਦਮੀ ਕਿਸੇ ਦਾ ਪੁੱਤਰ ਬਣਦਾ ਹੈ, ਦੂਜੇ ਪਾਸੇ ਉਸੇ ਦੇ ਭਰਾ ਜਾਂ ਪਿਤਾ ਦਾ ਜਦੋਂ ਪਾਰਟ ਅਦਾ ਕਰਦਾ ਦੇਖੀਦਾ ਹੈ, ਤਾਂ ਇਸੇ ਤਰ੍ਹਾਂ ਸਾਡੇ ਇਹਨਾਂ ਸੰਬੰਧੀਆਂ ਦਾ ਹਾਲ ਹੈ ਜੋ ਇਸ ਜਨਮ ਦੇ ਵਿੱਚ ਸਾਡੇ ਪਿਤਾ, ਭਰਾ ਜਾਂ ਹੋਰ ਰਿਸ਼ਤੇਦਾਰ ਹਨ। ਇਹੋ ਹੀ ਕਈ ਜਨਮਾਂ ਵਿੱਚ ਸਾਡੇ ਪੁੱਤਰ, ਪੋਤਰੇ, ਭਤੀਜੇ ਬਣ ਚੁੱਕੇ ਹਨ। ਜੋ ਅੱਜ ਸਾਡਾ ਪਿਤਾ ਹੈ, ਹੋ ਸਕਦਾ ਹੈ ਉਹ ਪਿਛਲੇ ਤੇ ਆਉਣ ਵਾਲੇ ਜਨਮ ਦੇ ਵਿੱਚ ਸਾਡਾ ਪੁੱਤਰ ਬਣ ਜਾਵੇ। ਵਾਸਤਵ ਵਿੱਚ ਸਾਡਾ ਕਿਸੇ ਨਾਲ ਕੋਈ ਸਦੀਵੀ ਮੇਲ ਨਹੀਂ ਹੈ। ਇਹ ਤਾਂ ਅਸੀਂ ਇੱਕ ਸਫ਼ਰ ਦੇ ਵਿੱਚ ਇਕੱਠੇ ਹੋਏ ਮੁਸਾਫਰ ਹਾਂ। ਅਸਲ ਵਿੱਚ ਸਾਡਾ ਮੰਤਵ ਹੈ ਨਿਸ਼ਾਨੇ ਤੇ ਪੁੱਜਣ ਲਈ ਇੱਕ ਦੂਜੇ ਦਾ ਸਹਿਯੋਗ ਦੇਣਾ। ਪਰ ਜਦੋਂ ਜੀਵ ਅਸਲੀ ਨਿਸ਼ਾਨੇ ਤੋਂ ਚੁੱਕ ਕੇ ਤੇ ਆਪਣਾ ਸਿੱਧਾ ਰਾਹ ਛੱਡ ਕੇ ਕੁਰਾਹੇ ਪੈ ਜਾਂਦਾ ਹੈ, ਫਿਰ ਉਸ ਨੂੰ ਰਸਤੇ ਵਿੱਚ ਚੋਰ, ਡਾਕੂ ਤੇ ਠੱਗ ਲੋਕ ਲੁੱਟ ਲੈਂਦੇ ਹਨ, ਭੁੱਲ ਭੁਲਈਆਂ ਵਿੱਚ ਪਾ ਦਿੰਦੇ ਹਨ। ਇਸੇ ਤਰ੍ਹਾਂ ਇਹ ਕੁਰਾਹੇ ਪਿਆ ਜੀਵ, ਇਹਨੂੰ ਮਾਇਆ ਆਪਣਾ ਪ੍ਰਭਾਵ ਪਾਉਣਾ ਆਰੰਭ ਕਰ ਦਿੰਦੀ ਹੈ। ਮਾਇਆ ਦੀਆਂ ਬੇਅੰਤ ਸ਼ਕਤੀਆਂ ਹਨ। ਕਈ ਰੂਪਾਂ ਦੁਆਰਾ ਜੀਵ ਨੂੰ ਮਾਇਆ ਭੁਲਾਉਣ ਦੀ ਕੋਸ਼ਿਸ਼ ਕਰਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ। ਸਤਿਗੁਰਾਂ ਪਾਸ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਗਰੀਬ ਨਵਾਜ਼ ਜੀ, ਮਾਇਆ ਕਿਸ ਨੂੰ ਆਖਦੇ ਹਨ ਤੇ ਆਪਣੇ ਪ੍ਰਭਾਵ ਦੁਆਰਾ ਇਹ ਜੀਵ ਤੇ ਕਿਵੇਂ ਅਸਰ ਕਰਦੀ ਹੈ? ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ? ਤਾਂ ਹਜ਼ੂਰ ਨੇ ਜਵਾਬ ਦਿੱਤਾ, ਦੁੱਖ ਸੁੱਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਮਾਇਆ ਦਾ ਸਰੂਪ ਇਹੋ ਹੈ ਜੋ ਸਾਰੇ ਜੀਵਾਂ ਨੂੰ ਦੁੱਖ ਤੇ ਸੁੱਖ ਵਿੱਚ ਬੰਨ੍ਹ ਰੱਖਿਆ ਹੈ। ਇਸ ਦੇ ਪ੍ਰਭਾਵ ਨਾਲ ਜਦੋਂ ਦੁਖੀ ਜਾਂ ਸੁਖੀ ਹੁੰਦਾ ਹੈ ਤਾਂ ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਾਇਆ ਦੇ ਪ੍ਰਭਾਵ ਦੇ ਨਾਲ ਜੀਵ ਹਰਖ ਤੇ ਸੋਗ ਨੂੰ ਧਾਰਨ ਕਰਕੇ ਦੁਖੀ ਤੇ ਸੁਖੀ ਹੋ ਰਿਹਾ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਮਾਇਆ ਹੰਗਤਾ ਮਮਤਾ ਰੂਪ ਕੰਮਾਂ ਨੂੰ ਕਮਾਉਂਦੀ ਹੈ। ਭਾਵ ਇਸ ਦੇ ਅਧੀਨ ਹੋ ਕੇ ਜੀਵ ਹੰਗਤਾ ਮਮਤਾ ਵਿੱਚ ਲੱਗ ਜਾਂਦਾ ਹੈ। ਜੀਵਾਂ ਨੂੰ ਆਪਣੇ ਅਸਰ ਹੇਠਾਂ ਰੱਖਣ ਲਈ ਮਾਇਆ ਆਪਣਾ ਵੱਧ ਤੋਂ ਵੱਧ ਤਾਣ ਲਾਉਂਦੀ ਹੈ। ਇੱਥੋਂ ਤੱਕ ਕਿ ਸੱਚ ਅਤੇ ਪ੍ਰਭੂ ਪ੍ਰਾਪਤੀ ਦੇ ਅਭਿਲਾਖੀਆਂ ਨੂੰ ਜਦੋਂ ਉਹ ਯੋਗ ਸਾਧਨਾ ਰਾਹੀਂ ਸਰੀਰ ਤੇ ਕਸ਼ਟ ਝੱਲ ਕੇ ਮੰਜ਼ਲਾਂ ਮਾਰਦੇ ਹੋਏ ਆਤਮਿਕ ਮੰਜ਼ਿਲ ਦੇ ਨੇੜੇ ਪੁੱਜਦੇ ਹਨ, ਉੱਥੇ ਜਾ ਕੇ ਉਹਨਾਂ ਦੇ ਰਾਹ ਵਿੱਚ ਇੱਕ ਹੋਰ ਪੜਾਅ ਆਉਂਦਾ ਹੈ। ਉਹ ਹੈ ਰਿੱਧੀਆਂ ਸਿੱਧੀਆਂ ਮਾਣ ਪ੍ਰਤਿਸ਼ਠਾ। ਇਹ ਮਾਇਆ ਦਾ ਜਿਹੜਾ ਰੋਕ ਫਾਟਕ ਹੈ, ਜਿੱਥੇ ਕਿ ਮੰਜ਼ਿਲੇ ਮਕਸੂਦ ਦੇ ਚਾਹਵਾਨ ਹਰੇਕ ਪਾਂਧੀ ਨੂੰ ਰੋਕਿਆ ਜਾਂਦਾ ਹੈ। ਉਹ ਅੱਗੇ ਵਧਣ ਦਾ ਖਿਆਲ ਛੱਡ ਕੇ ਇਹਨਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਹੀ ਪਰਚ ਜਾਂਦਾ ਹੈ। ਕੋਈ ਐਸਾ ਵਡਭਾਗੀ ਅਗੰਮੜਾ ਮਰਦ ਹੁੰਦਾ ਹੈ ਜੋ ਇਹਨਾਂ ਲਾਲਚਾਂ ਨੂੰ ਠੁਕਰਾ ਕੇ ਅੱਗੇ ਲੰਘਦਾ ਹੋਇਆ ਆਪਣੇ ਨਿਸ਼ਾਨੇ ਤੇ ਕਾਇਮ ਰਹਿੰਦਾ ਹੈ। ਸੋ ਇਹਨਾਂ ਤੋਂ ਬਚਣ ਵਾਸਤੇ ਸਭ ਤੋਂ ਵੱਡਾ ਸ਼ਾਸਤਰ ਹੈ ਪ੍ਰਭੂ ਭਗਤੀ, ਅੰਮ੍ਰਿਤ ਵੇਲੇ ਦਾ ਜਾਗਣਾ, ਗੁਰਬਾਣੀ ਅਤੇ ਮਹਾਂਪੁਰਸ਼ਾਂ ਦੇ ਬਚਨਾਂ ਤੇ ਪੂਰਨ ਸ਼ਰਧਾ, ਸਾਧ ਸੰਗਤ ਰੂਪੀ ਕਿਲੇ ਦੀ ਓਟ ਵਿੱਚ ਰਹਿائش ਰੱਖਣੀ। ਇਤਿਆਦਿਕ ਹੋਰ ਵੀ ਅਮੋਲਕ ਬਚਨ ਮਹਾਂਪੁਰਸ਼ ਸੁਣਾਉਂਦੇ, ਜਿਨ੍ਹਾਂ ਨੂੰ ਸੁਣ ਕੇ ਪਰਮਾਰਥ ਦੇ ਚਾਹਵਾਨ ਆਪਣੇ ਮਨ ਤੇ ਕਾਬੂ ਪਾ ਕੇ ਰਿੱਧੀਆਂ ਸਿੱਧੀਆਂ ਤੇ ਮਾਣ ਪ੍ਰਤਿਸ਼ਠਾ ਦਾ ਜੋ ਫਾਟਕ ਹੈ,
ਇਸ ਨੂੰ ਤੋੜ ਕੇ ਅੱਗੇ ਨਿਸ਼ਾਨੇ ਤੇ ਪੁੱਜਣ ਦੇ ਲਈ ਜਾਗਰੂਕ ਹੁੰਦੇ। ਸਤ ਦਾ ਅਭਿਲਾਖੀ, ਸਤ ਮਾਰਗ ਦਾ ਰਾਹੀ ਜਦੋਂ ਆਤਮਿਕ ਮੰਜ਼ਲਾਂ ਮਾਰਦਾ ਔਰ ਨਿਧਿਆਸਣ ਅਵਸਥਾ ਵਿੱਚੋਂ ਨਿਕਲ ਕੇ ਇਸ ਟਿਕਾਣੇ ਤੇ ਮਾਇਆ ਦੇ ਰੋਕ ਫਾਟਕ ਵਿੱਚ ਪੁੱਜਦਾ ਹੈ ਤਾਂ ਉਸ ਨੂੰ ਇੱਥੇ ਹੀ ਰੋਕ ਲਿਆ ਜਾਂਦਾ ਹੈ ਅਤੇ ਉਹ ਵੀ ਅੱਗੇ ਜਾਣ ਦੇ ਖਿਆਲ ਨੂੰ ਛੱਡ ਕੇ ਮਾਇਆ ਦੀ ਇਸ ਪ੍ਰਚਾਰ ਏਜੰਸੀ ਵਿੱਚ ਸ਼ਾਮਲ ਹੋ ਜਾਂਦਾ ਹੈ। ਫਿਰ ਮਾਇਆ ਵੱਲੋਂ ਉਸ ਨੂੰ ਮਿਹਰਾਂ ਤੇ ਬਖਸ਼ਿਸ਼ਾਂ ਦਾ ਭੰਡਾਰਾ ਵਿਖਾ ਕੇ ਹੋਰ ਵੀ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਹਨ। ਧਨ ਦੌਲਤ, ਐਸ਼ੋ ਇਸ਼ਰਤ, ਧੀਆਂ ਪੁੱਤਰ, ਸੁਖ ਆਰਾਮ, ਰਿੱਧੀਆਂ ਸਿੱਧੀਆਂ, ਧਾਗੇ ਤਵੀਤ, ਜਾਦੂ ਟੂਣੇ ਕਰਕੇ ਜਿੰਨ ਭੂਤ ਵਸ ਕਰਨ ਦਾ ਵਿਸ਼ਵਾਸ ਦਿਵਾਇਆ ਜਾਂਦਾ ਹੈ, ਕੇਵਲ ਇੱਕੋ ਸ਼ਰਤ ਤੇ ਕਿ ਉਹ ਅੱਗੇ ਜਾਣ ਦਾ ਵਿਚਾਰ ਛੱਡ ਕੇ ਮਾਇਆ ਦਾ ਜਿਹੜਾ ਹੈ ਉਹ ਪ੍ਰਚਾਰ ਦਾ ਹਿੱਸਾ ਬਣ ਜਾਵੇ। ਇੱਥੇ ਆ ਕੇ ਜਗਿਆਸੂ ਨੂੰ ਬੜੀ ਮੁਸ਼ਕਲ ਬਣਦੀ ਹੈ, ਬੜੀ ਕਠਿਨ ਪ੍ਰੀਖਿਆ ਦਾ ਪਰਚਾ ਪੈਂਦਾ ਹੈ। ਇਹ ਬੜਾ ਸਖਤ ਇਮਤਿਹਾਨ ਹੈ ਜਿਸ ਵਿੱਚੋਂ ਕੋਈ ਬਿਰਲਾ ਮਹਾਂਪੁਰਖ ਪਾਸ ਹੁੰਦਾ ਹੈ, ਜਿਹੜਾ ਇਹਨਾਂ ਸਭਨਾਂ ਲਾਲਚਾਂ ਨੂੰ ਠੁਕਰਾ ਕੇ ਆਪਣੇ ਨਿਸ਼ਾਨੇ ਵੱਲ ਵੱਧਦਾ ਚਲਾ ਜਾਂਦਾ ਹੈ। ਬਾਕੀ ਤਾਂ ਆਮ ਤੌਰ ਤੇ ਕਈ ਭੇਖੀ ਤੇ ਦੰਭੀ ਆਪਣੇ ਆਪ ਨੂੰ ਜੋਗੀ, ਜੰਗਮ, ਫਕੀਰ, ਪੂਰਨ ਮਹਾਤਮਾ ਖਵਾਉਣ ਵਾਲੇ ਮਾਇਆ ਦੇ ਜਾਲ ਵਿੱਚ ਫਸ ਜਾਂਦੇ ਹਨ। ਫਿਰ ਉਹ ਭਜਨ ਸਿਮਰਨ ਛੱਡ ਕੇ ਪੂਜਾ ਪ੍ਰਤਿਸ਼ਠਾ ਵਾਸਤੇ ਸੰਸਾਰੀ ਜੀਵਾਂ ਨੂੰ ਉਹ ਸਰਬਵਿਆਪੀ ਪਰਮੇਸ਼ਰ ਤੋਂ ਇੱਕ ਲਵਾਂਝੇ ਰੱਖ ਕੇ ਮਾਇਆ ਜਾਲ ਦੇ ਹੀ ਘੁੰਮਣ ਘੇਰ ਵਿੱਚ ਫਸਾਈ ਰੱਖਦੇ ਹਨ। ਉਹ ਪ੍ਰਭੂ ਭਗਤੀ ਤਿਆਗ ਕੇ ਤਵੀਤ, ਮੰਤਰ ਜੰਤਰ, ਧਾਗੇ, ਜਾਦੂ ਟੂਣੇ, ਫੂਕਾਂ, ਝਾੜੇ, ਇਸ ਤਰ੍ਹਾਂ ਦੇ ਜਿਹੜੇ ਸਾਧਨ ਹਨ ਉਹ ਕਰਨੇ ਸ਼ੁਰੂ ਕਰ ਦਿੰਦੇ ਹਨ ਤੇ ਸੰਸਾਰੀ ਜੀਵਾਂ ਨੂੰ ਆਪਣੇ ਪਿੱਛੇ ਲਾਉਣ ਲੱਗ ਪੈਂਦੇ ਹਨ। ਉਹ ਭੋਲੇ ਭਾਲੇ ਲੋਕ ਇਹਨਾਂ ਦੇ ਜਾਲ ਵਿੱਚ ਫਸ ਕੇ ਪਰਮੇਸ਼ਰ ਨੂੰ ਛੱਡ ਕੇ ਕਬਰਾਂ, ਮੜੀਆਂ, ਚੁਰਾਹਿਆਂ ਵਿੱਚ ਦੀਵੇ ਜਾਲਣੇ ਤੋ ਇਸ ਤਰ੍ਹਾਂ ਨਾਲ ਹੋਰ ਕਈ ਜਿਹੜੇ ਕਰਮ ਹਨ ਉਹ ਕਰਨੇ ਸ਼ੁਰੂ ਕਰ ਦਿੰਦੇ ਹਨ। ਸੋ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ। ਸੋ ਪੰਡਤ ਗੁਲਾਬ ਸਿੰਘ ਜੀ ਇਸ ਤਰ੍ਹਾਂ ਲਿਖਦੇ ਹਨ, ਕਾਮ ਕ੍ਰੋਧ ਆਦਿਕ ਹੈ ਜੇਤੇ, ਮੋਖ ਪੰਥ ਕੇ ਵੈਰੀ ਤੇਤੇ, ਸੱਤਰ ਸੂਦਨ ਤਾਹੇ ਨਿਵਾਰੋ, ਮੇਰੇ ਬਚਨ ਭਲੇ ਉਰਤਾਰੋ। ਕ੍ਰੋਧ ਸੰਗ ਜੰਗ ਜੋ ਨਰ ਕਰੇ, ਸੁਹਿਰਦ ਭਰਾਤ ਤਾਤ ਸੰਗ ਹਰੇ। ਇਹ ਜੋ ਬਖਸ਼ਿਸ਼ਾਂ ਦੇ ਦਾਤਾ ਹਨ, ਸਦੀਵੀ ਅਤੇ ਥਿਰ ਪ੍ਰਭਾਵ ਵਾਲੀਆਂ ਇਹ ਚੀਜ਼ਾਂ ਨਹੀਂ ਹਨ। ਜੇ ਕਿਸੇ ਨੂੰ ਅੱਜ ਲੱਖਾਂਪਤੀ ਦੇਖੀਦਾ ਹੈ ਤਾਂ ਕੋਈ ਪਤਾ ਨਹੀਂ ਕੱਲ੍ਹ ਨੂੰ ਉਹਨੇ ਲੱਖਾਂ ਦਾ ਰਹਿਣਾ ਹੈ ਜਾਂ ਖਾਕਸ਼ਾਹ ਬਣ ਜਾਣਾ ਹੈ, ਕਿਉਂਕਿ ਪਰਮੇਸ਼ਰ ਪਿਤਾ ਪਾਸੋਂ ਮਿਲੀਆਂ ਦਾਤਾਂ ਜਿਹੜੀਆਂ ਹਨ ਕੇਵਲ ਉਹੀ ਅਮੋਕ ਹਨ। ਮਾਇਆ ਦੀ ਰਚਨਾ ਜਿਹੜੀ ਹੈ ਇਹ ਨਾਸਵੰਤ ਹੈ, ਇਸ ਦੀਆਂ ਬਖਸ਼ਿਸ਼ਾਂ ਵੀ ਝੂਠੀਆਂ ਹਨ, ਮੁੱਕ ਜਾਣ ਵਾਲੀਆਂ ਹਨ। ਪਰਮੇਸ਼ਰ ਹੀ ਬੇਅੰਤ ਹੈ, ਸਭ ਤੋਂ ਵੱਡਾ ਸਮਰੱਥ ਹੈ ਤੇ ਪਰਮੇਸ਼ਰ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ ਹੈ। ਉਹ ਇੱਕ ਛਿਨ ਵਿੱਚ ਬਾਦਸ਼ਾਹਾਂ ਨੂੰ ਕੰਗਾਲ ਤੇ ਭਿਖਾਰੀਆਂ ਨੂੰ ਰਾਜੇ ਬਣਾਉਣ ਦੇ ਸਮਰੱਥ ਪਰਮਾਤਮਾ ਹੈ। ਛਿਨ ਮਹਿ ਰਾਓ ਰੰਕ ਕਉ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਯਹ ਤਾ ਕੋ ਵਿਵਹਾਰੈ। ਸੋ ਅਸੀਂ ਜੋ ਵੀ ਕੁਛ ਮੰਗਣਾ ਹੈ ਉਸ ਪਰਮਾਤਮਾ ਪਾਸੋਂ ਹੀ ਮੰਗਣਾ ਹੈ, ਉਹੋ ਹੀ ਸਭ ਤੋਂ ਵੱਡਾ ਦਾਤਾ ਹੈ। ਦੁਨਿਆਵੀ ਪਦਾਰਥ, ਸਵਰਗਾਂ ਦਾ ਸੁਖ, ਰਿੱਧੀਆਂ ਸਿੱਧੀਆਂ, ਮਾਣ ਪ੍ਰਤਿਸ਼ਠਾ, ਇਹ ਸਾਰੇ ਪਦਾਰਥ ਜਿਹੜੇ ਪਰਮਾਤਮਾ ਦੇ ਅਧੀਨ ਹਨ। ਅਸੀਂ ਉਸ ਦਾਤਾਰ ਦੇ ਕੋਲੋਂ ਪਰ ਮੰਗਣਾ ਕੀ ਹੈ? ਕੇਵਲ ਨਾਮ ਮੰਗਣਾ ਹੈ, ਜਿਸ ਦੇ ਆਸਰੇ ਇਹ ਸਾਰੇ ਪਦਾਰਥ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਹਨ। ਜਿਵੇਂ ਸੂਰਜ ਵੱਲ ਮੂੰਹ ਕੀਤਿਆਂ ਛਾਂ ਆਪੇ ਹੀ ਪਿੱਛੇ ਤੁਰੀ ਆਉਂਦੀ ਹੈ, ਤੇ ਜੇਕਰ ਕੋਈ ਮਨੁੱਖ ਸੂਰਜ ਵੱਲ ਪਿੱਠ ਕਰਕੇ ਆਪਣੀ ਛਾਂ ਨੂੰ ਫੜਨ ਦੀ ਕੋਸ਼ਿਸ਼ ਕਰੇ ਫਿਰ ਉਹ ਹੱਥ ਨਹੀਂ ਆਉਂਦੀ।
ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਦੇ ਨਾਲ ਸਾਰੀਆਂ ਮੰਗਾਂ ਵੀ ਪੂਰੀਆਂ ਹੋ ਜਾਂਦੀਆਂ ਹਨ ਤੇ ਮਨ ਵੀ ਸ਼ਾਂਤ ਹੋ ਜਾਂਦਾ ਹੈ। ਹੋਰ ਸਾਧਨ ਬਾਕੀ ਸਭਨਾ ਸਾਧਨਾਂ ਨਾਲੋਂ ਪਰਮੇਸ਼ਰ ਦੀ ਜੋ ਭਗਤੀ ਹੈ ਇਹੀ ਸ਼੍ਰੋਮਣੀ ਹੈ, ਕਿਉਂਕਿ ਹੋਰ ਸਾਧਨ ਕਰਨ ਵਾਲੇ ਨੂੰ ਹਉਮੈ ਉਪਜਦੀ ਹੈ ਜੋ ਸਾਰੇ ਦੁੱਖਾਂ ਦਾ ਮੂਲ ਹੈ। ਸੋ ਇਸ ਪ੍ਰਕਾਰ ਮਹਾਂਪੁਰਸ਼ ਭਜਨ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਆਉਣ ਵਾਲੇ ਸਮੇਂ ਵਾਸਤੇ ਸੁਚੇਤ ਕਰਦੇ ਹਨ ਕਿ ਇਸ ਤਰ੍ਹਾਂ ਆਪਣਾ ਜਿਹੜਾ ਜੀਵਨ ਹੈ ਬਚਾ ਕੇ ਰੱਖਣਾ ਹੈ। ਜਦੋਂ ਸੰਤ ਜੀ ਮਹਾਰਾਜ ਨੂੰ ਇੱਥੇ ਆਇਆ 1.5 ਸਾਲ ਦਾ ਸਮਾਂ ਹੋ ਗਿਆ, ਇਤਨੇ ਚਿਰ ਵਿੱਚ ਹੋਰ ਦੀ ਹੋਰ ਰਚਨਾ ਹੋ ਗਈ। ਜਿੱਥੇ ਬੜੇ ਉੱਚੇ ਤੇ ਪੁਰਾਣੇ ਢੱਕ ਖੜੇ ਹੁੰਦੇ, ਜਿਸ ਕਰਕੇ ਇਸ ਜਗ੍ਹਾ ਦਾ ਨਾਮ ਹੀ ਢੱਕੀ ਪੈ ਗਿਆ ਸੀ। ਉਸ ਜਗ੍ਹਾ ਕਮਰੇ ਬਣ ਗਏ। ਸਿੰਘਾਂ ਦੇ ਇਸ਼ਨਾਨ ਵਾਸਤੇ ਇੱਕ ਖੂਹ ਤੇ ਇੱਕ ਖੂਹੀ ਲੱਗ ਗਈ, ਇੱਕ ਬਾਹਰ ਖੂਹ ਵਿੱਚ ਤੇ ਇੱਕ ਅੰਦਰ ਲੰਗਰ ਦੇ ਵਿੱਚ ਪੰਪ ਵੀ ਲੱਗ ਗਿਆ। ਵੱਡਾ ਛੱਪਰ, ਗੁਰਦੁਆਰਾ ਸਾਹਿਬ, ਸੰਤਾਂ ਦਾ ਭੋਰਾ, ਹੋਰ ਦੁਆਲੇ ਜਗ੍ਹਾ ਸਾਫ਼ ਕਰਕੇ ਕਿਤੇ ਕਿਤੇ ਵਿੱਚ ਅੰਬਾਂ ਦੇ ਬੂਟੇ ਤੇ ਕਿਤੇ ਫੁਲਵਾੜੀ ਲਾਈ ਗਈ। ਆਉਣ ਜਾਣ ਵਾਸਤੇ ਜਗ੍ਹਾ ਪੱਧਰੀ ਕਰਕੇ ਕੱਚੀਆਂ ਸੜਕਾਂ ਬਣਾ ਦਿੱਤੀਆਂ। ਫਾਟਕ ਰੱਖ ਕੇ ਅਸਥਾਨ ਦੇ ਉਦਾਲੇ ਡੰਗਰ ਪਸ਼ੂ ਦੇ ਰੋਕਣ ਵਾਸਤੇ ਕੰਡਿਆਂ ਵਾਲੀ ਜਿਹੜੀ ਹੈ ਉਹ ਤਾਰ ਜਿਹੜੀ ਲਗਾ ਦਿੱਤੀ ਗਈ। ਤਕਰੀਬਨ 20 ਸਰੀਰ ਤਾਂ ਪੱਕੇ ਰਹਿਣ ਲੱਗ ਪਏ ਮਹਾਂਪੁਰਸ਼ਾਂ ਕੋਲ। ਹੋਰ ਵੀ ਸੰਗਤ ਬਾਹਰੋਂ ਆ ਜਾਂਦੀ, ਜਿਸ ਕਰਕੇ ਕਾਫੀ ਮੰਜੇ ਤੇ ਬਿਸਤਰੇ ਤਿਆਰ ਹੋਣ ਲੱਗੇ। ਇਉਂ ਥੋੜ੍ਹੇ ਦਿਨਾਂ ਦੇ ਵਿੱਚ ਚੰਗੀ ਰਚਨਾ ਹੋ ਗਈ ਤੇ ਅਸਥਾਨ ਵੀ ਦੂਰ ਤੱਕ ਪ੍ਰਸਿੱਧ ਹੋ ਗਿਆ। ਚੰਗੇ ਚੰਗੇ ਤਪਸਵੀ ਮਹਾਤਮਾ ਵੀ ਇਸ ਦੀ ਮਰਜ਼ਾਦਾ ਦੇਖਣ ਆਉਣ ਲੱਗੇ। ਇਤਨੇ ਨੂੰ 9 ਮਾਘ ਦਾ ਤੀਜਾ ਜੋੜ ਮੇਲਾ ਆ ਗਿਆ। ਸੰਗਤਾਂ ਦਾ ਇਸ ਜੋੜ ਮੇਲੇ ਨੂੰ ਕਾਫੀ ਵੱਡੀ ਪੱਧਰ ਤੇ ਮਨਾਉਣ ਦਾ ਖਿਆਲ ਸੀ। ਬਾਹਰਲੀਆਂ ਸੰਗਤਾਂ ਅਤੇ ਗੁਣੀ ਗਿਆਨੀ ਰਾਗੀ ਪ੍ਰਚਾਰਕ ਢਾਡੀ ਕਵੀਸ਼ਰੀ ਜਥੇ ਤਾਂ ਕਈ ਮਹੀਨੇ ਪਹਿਲਾਂ ਤੋਂ ਹੀ ਪੁੱਛਣ ਲੱਗ ਪਏ। ਉਹਨਾਂ ਨੇ ਇਸ ਦਿਨ ਇੱਥੇ ਆਪਣੀ ਹਾਜ਼ਰੀ ਲਵਾਉਣ ਵਾਸਤੇ ਇਸ ਤਰੀਕ ਦਾ ਬਾਹਰਲਾ ਕੋਈ ਪ੍ਰੋਗਰਾਮ ਨਾ ਮੰਨਿਆ। ਮਾਘ ਦੀ ਸੰਗਰਾਂਦ ਤੋਂ ਹੀ ਇਕੱਠ ਹੋਣਾ ਸ਼ੁਰੂ ਹੋ ਗਿਆ, ਜਿਸ ਕਰਕੇ ਲੰਗਰ ਦੇ ਸੇਵਾਦਾਰਾਂ ਨੂੰ ਵੀ ਵਧੇਰੇ ਸੇਵਾ ਦਾ ਮੌਕਾ ਮਿਲ ਗਿਆ। ਹਰ ਇੱਕ ਪ੍ਰੇਮੀ ਨੂੰ ਚਾਹੇ ਕੋਈ ਕਿਸੇ ਵੀ ਟਾਈਮ ਆਵੇ, ਲੰਗਰ ਤਿਆਰ ਮਿਲਦਾ। 6 ਮਾਘ ਦੀ ਸ਼ਾਮ ਨੂੰ ਦੀਵਾਨ ਸਜਿਆ, ਜੋ 9 ਮਾਘ ਦੇ ਅੰਮ੍ਰਿਤ ਵੇਲੇ ਤੱਕ 2 ਦਿਨ ਤੇ 3 ਰਾਤਾਂ ਲਗਾਤਾਰ ਚੱਲਦਾ ਰਿਹਾ। ਕਥਾ ਕੀਰਤਨ ਕਰਨ ਤੇ ਸੁਣਨ ਵਾਲੇ ਸਾਰੇ ਪ੍ਰੇਮੀ ਆਪੋ ਆਪਣੀਆਂ ਹਾਜ਼ਰੀਆਂ ਲਵਾ ਕੇ ਜਨਮ ਸਫਲਾ ਕਰਦੇ। ਕਈ ਹਜ਼ਾਰਾਂ ਦਾ ਇਕੱਠ ਜੁੜਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਲੰਗਰ ਤਿਆਰ ਹੁੰਦਾ ਰਹਿੰਦਾ, ਜਿਸ ਵਿੱਚ 40-50 ਸੇਵਾਦਾਰ ਅੱਠੇ ਪਹਿਰ ਸੇਵਾ ਵਿੱਚ ਲੱਗੇ ਰਹਿੰਦੇ। ਕਈ ਦੇਗੇ ਦਾਲਾਂ ਦੇ ਚੜ੍ਹਦੇ, 18 ਲੋਹਾਂ ਤਪਦੀਆਂ ਸਨ ਜਿਨ੍ਹਾਂ ਤੇ ਪ੍ਰਸ਼ਾਦਾ ਪੱਕਦਾ ਸੀ। ਇੱਕ ਦਿਨ ਦਾ 100 ਮਣ ਪੱਕਾ ਆਟਾ ਪੱਕਦਾ ਤੇ ਨਾਲ ਹੀ 25-30 ਮਣ ਪੱਕੀ ਦਾਲ ਚੜ੍ਹਦੀ, ਜਿਸ ਵਿੱਚ 1.5 ਪੌਣੇ 2 ਮਣ ਪੱਕਾ ਲੂਣ ਪੈਂਦਾ ਸੀ। 40-50 ਟੀਨ ਘੇ ਦੇ ਵਰਤ ਹੁੰਦੇ। ਇਉਂ 3 ਦਿਨਾਂ ਵਿੱਚ 300 ਮਣ ਪੱਕਾ ਆਟਾ ਤੇ 70-80 ਮਣ ਪੱਕੀ ਦਾਲ ਲੱਗ ਜਾਂਦੀ ਸੀ। ਹੋਰ ਰਾਸ਼ਨ ਦਾ ਹਿਸਾਬ ਵੱਖਰਾ ਹੁੰਦਾ। ਇਸ ਜੋੜ ਮੇਲੇ ਨੇ ਫਿਰ ਸਮਾਂ ਪਾ ਕੇ ਇੱਕ ਬਹੁਤ ਵੱਡੇ ਮੇਲੇ ਦੀ ਸ਼ਕਲ ਧਾਰਨ ਕਰ ਲਈ। ਡੇਰੇ ਤੋਂ ਬਾਹਰ ਬਾਜ਼ਾਰ ਲੱਗ ਜਾਂਦੇ। ਸੋ ਇਸ ਪ੍ਰਕਾਰ ਲੋਕ ਊਠਾਂ ਘੋੜੀਆਂ ਤੇ ਚੜ੍ਹ ਕੇ ਆਉਂਦੇ। ਦਿਨੇ ਘੋਲ ਖੇਡਾਂ, ਕਬੱਡੀ ਤੇ ਕੁਸ਼ਤੀਆਂ ਹੁੰਦੀਆਂ। ਸੋ ਨਾਲ ਪੁਲਿਸ ਨੂੰ ਵੀ ਵੱਖਰੇ ਇੰਤਜ਼ਾਮ ਕਰਨੇ ਪੈਂਦੇ। ਵੱਡੇ ਸੰਤ ਜੀ ਮਹਾਰਾਜ ਦਿਨੇ ਸੰਗਤਾਂ ਨੂੰ ਦਰਸ਼ਨ ਤੇ ਉਪਦੇਸ਼ ਬਖਸ਼ਦੇ। ਰਾਤ ਨੂੰ ਨੇਤਰ ਬੰਦ ਕਰਕੇ 14-14 ਘੰਟੇ ਮਹਾਂਪੁਰਸ਼ ਖੜ੍ਹ ਕੇ ਕੀਰਤਨ ਕਰਦੇ। ਸਰੋਤਿਆਂ ਨੂੰ ਵੀ ਐਸਾ ਆਨੰਦ ਆਉਂਦਾ ਕਿ ਦੇਸ਼ ਕਾਲ ਵਿਸਰ ਜਾਂਦਾ। ਤੰਬੂ ਕਨਾਤਾਂ
बाकी सारा इंतजाम, रोशनी वास्ते गैस, लंगर वाल ध्यान, आए गए की रहायश का ख्याल, ये जिम्मेवारी जिहड़ी सी छोटे संत जी महाराज की सी। ये दोवें महापुरुष 3 दिन ते 3 रातां बिल्कुल भी आराम ना करते, जिस करके नेत्रां विच सोजिश ते शरीर नूं बहुत ज़्यादा बेआरामी हो जाती। इस तरह ये वड्डा जोड़ मेला 3 साल बड़ा भारी भरदा रहा। हरेक साल वध तो वध इकट्ठ हुंदा ही जांदा। फिर दोहां महापुरुषां ने विचार कीती कि 15 दिन पहलां तैयारी विच लग जांदे, 15 दिन बाद विच समान की संभाल करनी पैंदी। 1 महीना इन्नी बेआरामी, ना भजन सिमरन हो सके, ना शरीरक आराम हो सके। इउं जान के केवल 9 माघ वाली फिर एको ही रात रख लई। हुण 8 माघ वाला दिन ते उसे ही रात नूं दीवान सजदा। बड़ा भारी इकट्ठ हुंदा, 8 पहर लंगर चालू रहिंदा, जिस विच खुला ते गरम गरम कड़ाह प्रसाद भी वरतदा रहिंदा, मठियाइयां भी बनदियां। तो इस प्रकार महापुरख जदों ढक्की दी धरती नूं भाग ला रहे सी, उसे समय 1935 ईस्वी नूं संत जी महाराज के दर्शनां वास्ते एक मुसलमान फकीर आया, जिस दी 50 सालां दे करीब उम्र जापदी सी। लिबास सादा, सीधा नीवा चोगा, सिर ते पग, दाड़ा ते केस भी साबत सन। इथों की चाली देख के 5-7 दिन इत्थे टिक गया। घंटी समय आपे ही लंगर विच चले जाना, 2 टाइम दीवान विच भी आउंदा, अमृत वेले संगतां नाल जाके इशनान करके बैठदा, शाम नूं 11 बजे तक नाल ही बंदगी करदा। शरह तो उच्चा ते मारफत की अवस्था का जाणू चंगा फकीर सी। एकांत विच भी महाराज जी दे नाल अपने स्वरूप की लखता वाली एकता बोधक ब्रह्म विचार हुंदी रहिंदी। आप जी ने भगत कबीर जी के पावन बचनों नूं सुनाया, अव्वल अल्लाह नूर उपाया, कुदरत के सब बंदे, एक नूर ते सब जग उपजया, कौन भले ओ मंदे, लोगा भरम ना भूलो भाई, खालक खलक खलक मह खालक, पूर रहियो सरब ठाई रहाओ। इउं वचन सुन के बहुत प्रभाव कबूलिया। हफ्ता क रोक के फिर अपनी मौज विच अमृत वेले सवेरे ही चलिया गया। सो इस तरह नाल कुछ क मुखी सिखां ने बेनती की कि महाराज जी, ये जीव अत्यंत दुखी हुंदा है, इसका दुख किवें मिटे। हजूर ने उत्तर दिता कि असल विच शरीरक अते मानसिक दुख ये सारे ही जिहड़े ने परमेश्वर नूं भुल के माया विच लगन करके प्राप्त हुंदे हन। शरीर जिहड़ा है मायक रचित है, जिहड़ी देह है सारे दुखां दा कारण है। ये तमाम रोगां दी खाण है। तिस देह दा कारण धर्म अते अधर्म, भाव पाप ते पुण्य नूं कथन कीता है। गुरु शास्त्र की मर्यादा अनुसार कीते शुभ अते गुरु शास्त्र तो उल्ट कीते हुए अशुभ कर्म जिहड़े ने पाप ते पुण्य का कारण बनते हैं। भाव शुभ कर्म पुण्य अते अशुभ कर्म पाप हैं। शुभ अते अशुभ कर्मां का जो कारण है राग ते द्वेष, किसी नाल मोह करना, किसी नाल वैर करना, चंगा ते माड़ा अध्यास, मिथ्या प्रतीति राग द्वेष का कारण है। सो इस प्रकार परमेश्वर नूं सत जानना करो। ते पर जिहड़ा जीव है इसने संसार नूं हिरदे विच सत मन्निया है, अथवा वो अज्ञान कल्पित सत्ता वाला हिरदे विच पछानना करो। जितना चिर हिरदे विच उस अज्ञान का पर्दा बनिया होया है, उन्ना चिर जिहड़ा जीव है सारे दुखां दे विच ते कलेशां दे विच फसिया रहिंदा है। सो अज्ञान का विरोधी है ब्रह्म ज्ञान।
ਬ੍ਰਹਮ ਗਿਆਨ ਗੁਰੂ ਬਚਨਾਂ ਦੇ ਉੱਤੇ ਸ਼ਰਧਾ ਰੱਖਿਆ ਔਰ ਗੁਰੂ ਬਚਨਾਂ ਦੀ ਕਮਾਈ ਕੀਤਿਆਂ ਪ੍ਰਾਪਤ ਹੁੰਦਾ ਹੈ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖ ਫਿਰ ਆਤਮਿਕ ਵਿਚਾਰ ਇਸ ਤੋਂ ਅੱਗੇ ਜੋ ਸਰਵਣ ਕਰਵਾਉਂਦੇ ਹਨ, ਜੋ ਕਿ ਆਪਾਂ ਇਸ ਤੋਂ ਅਗਲੇ ਭਾਗ ਦੇ ਵਿੱਚ ਸਰਵਣ ਕਰਾਂਗੇ। ਆਤਮ ਵਿਚਾਰ ਮਹਾਂਪੁਰਸ਼ ਸ਼ਰਧਾਲੂਆਂ ਨੂੰ ਕੀ ਬਚਨ ਕਰਦੇ ਹਨ, ਜੀਵਨ ਮੁਕਤੀ ਕੀ ਹੁੰਦੀ ਹੈ, ਆਤਮ ਦੀ ਜਿਹੜੀ ਸੋਝੀ ਹੈ ਉਹ ਕਿਸ ਤਰ੍ਹਾਂ ਹੁੰਦੀ ਹੈ। ਸੋ ਇਸ ਭਾਗ ਦੇ ਵਿੱਚ ਇਤਨੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ ਜੀ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਗੁਰ ਸੰਗਤ ਬਖਸ਼ਣ ਯੋਗ ਹੈ, ਮਹਾਂਪੁਰਸ਼ ਬਖਸ਼ਣ ਯੋਗ ਹਨ। ਸੋ ਮਹਾਰਾਜ ਜੀ ਇਸੇ ਤਰ੍ਹਾਂ ਆਪਾਂ ਨੂੰ ਉਦਮ ਉਤਸ਼ਾਹ ਬਖਸ਼ਦੇ ਰਹਿਣ ਤੇ ਆਪਾਂ ਮਹਾਂਪੁਰਖਾਂ ਦੇ ਜੀਵਨ ਦੀ ਵਿਚਾਰ ਕਰਦੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।